शंकर जी, आज के सत्संग की शुरुआत करते हैं और इनवाइट करते हैं अशोक खिच्ची अंकल को। अशोक अंकल प्लीज आए और सत्संग की शुरुआत करें। जय गुरु जी। गुरु जी ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਦੀ ਹਾਜ਼ਰੀ ਵਿੱਚ ਆਪਣਾ ਸਤਸੰਗ ਸ਼ੇਅਰ ਕਰ ਰਿਹਾ ਹਾਂ। ਗੁਰੂ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਗੁਰੂ ਜੀ ਦੀ ਹਾਜ਼ਰੀ ਵਿੱਚ ਆਈ ਗੁਰੂ ਜੀ ਦੀ ਪਿਆਰੀ ਸੰਗਤ ਅਤੇ ਸੇਵਾ ਕਰ ਰਹੀ ਸਾਰੀ ਮੈਨੇਜਮੈਂਟ ਟੀਮ ਨੂੰ ਗੁਰੂ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅਤੇ ਸ਼ੁਕਰਾਨਾ। ਗੁਰੂ ਜੀ ਸਤਸੰਗ ਸ਼ੁਰੂ ਕਰਨ ਦੀਆਂ ਆਗਿਆ ਮੰਗਦਾ ਹਾਂ। ਗਲਤੀ ਬਖਸ਼ੋ ਗੁਰੂ ਜੀ, ਭੁੱਲ ਚੁੱਕ ਮਾਫ ਕਰਨਾ ਜੀ। ਪ੍ਰਭ ਡੋਰੀ ਹੱਥ ਤੁਮਾਰੇ। ਗੁਰੂ ਜੀ ਦੀ ਪਹਿਲੀ ਮੁਲਾਕਾਤ ਸਨ 1985 ਦੇ ਵਿੱਚ ਜਲੰਧਰ ਵਿੱਚ ਹੋਈ। ਪਿਤਾ ਜੀ ਦੇ ਫਰੈਂਡ ਸੀਗੇ, ਉਹ ਗੁਰੂ ਜੀ ਨੂੰ ਘਰ ਲੈ ਕੇ ਆਏ। ਗੁਰੂ ਜੀ ਨੇ ਵਾਈਟ ਸ਼ਰਟ ਔਰ ਵਾਈਟ ਪੈਂਟ ਪਾਈ ਹੋਈ ਸੀਗੀ। ਡਰਾਇੰਗ ਰੂਮ ਚ ਆ ਕੇ ਬੈਠੇ। ਗੁਰੂ ਜੀ ਨੂੰ ਪਾਣੀ ਪਿਲਾਇਆ, ਕੋਲਡ ਡਰਿੰਕ ਲਿਆਂਦੀ। ਕੋਲਡ ਡਰਿੰਕ ਤਾਂ ਗੁਰੂ ਜੀ ਨੇ ਨਹੀਂ ਪੀਤੀ, ਮਨਾ ਵੀ ਨਹੀਂ ਕੀਤਾ ਉਹਨਾਂ ਨੇ। ਅੱਧਾ ਘੰਟਾ ਬੈਠੇ, ਚਲੇ ਗਏ। ਦਿਨ ਬੀਤਦੇ ਗਏ, ਮਹੀਨੇ ਲੰਘ ਗਏ। ਨਾ ਤਾਂ ਉਸ ਅੰਕਲ ਜੀ ਦਾ ਫੋਨ ਆਇਆ ਜਿਹੜੇ ਗੁਰੂ ਜੀ ਦੇ ਨਾਲ ਆਏ ਸੀਗੇ ਕਿ ਅੰਕਲ ਜੀ ਆਪਾਂ ਗੁਰੂ ਜੀ ਕੋਲ ਚੱਲੀਏ। ਨਾ ਹੀ ਪਿਤਾ ਜੀ ਨੇ ਉਹਨਾਂ ਨੂੰ ਫੋਨ ਕੀਤਾ ਕਿ ਗੁਰੂ ਜੀ ਆਏ ਸੀਗੇ, ਆਪਾਂ ਉਹਨਾਂ ਕੋਲ ਜਾਣਾ ਹੈ। ਸ਼ਾਇਦ ਨਹੀਂ ਉਸ ਵਕਤ ਪਛਾਣ ਸਕੇ ਕਿ ਮਹਾਂਪੁਰਸ਼ ਘਰ ਆਏ ਹੈ। ਕਾਫੀ ਮਹੀਨਿਆਂ ਬਾਅਦ ਪਿਤਾ ਜੀ ਨੂੰ ਦੁਪਹਿਰੇ 3 ਵਜੇ ਗੁਰੂ ਜੀ ਦਾ ਸੁਪਨਾ ਆਉਂਦਾ। ਮੈਨੂੰ ਬੁਲਾਉਂਦੇ ਹੈ, ਕਹਿੰਦੇ ਅਸ਼ੋਕ, ਗੁਰੂ ਜੀ ਇੱਥੇ ਕਿਸੇ ਸੰਗਤ ਦੇ ਘਰ ਠਹਿਰੇ ਹੋਏ ਹੈ, ਆਹ ਐਡਰੈਸ ਹੈ, ਜਾ ਕੇ ਗੁਰੂ ਜੀ ਤੋਂ ਆਗਿਆ ਲੈ ਕੇ ਆ ਕਿ ਕਿਹੜੇ ਟਾਈਮ ਉਹਨਾਂ ਕੋਲ ਆਈਏ। ਮੈਂ ਸਕੂਟਰ ਚੱਕਿਆ, ਉਸ ਘਰ ਪਹੁੰਚ ਗਿਆ। ਦਰਵਾਜ਼ਾ ਖੋਲਿਆ, ਹਾਲ ਦੇ ਵਿੱਚ ਇੱਕੋ ਹੀ ਸੰਗਤ ਬੈਠੇ ਹੋਏ ਸੀਗੇ, ਰਮਾ ਬਹਿਲ ਆਂਟੀ, ਜੋ ਮੈਨੂੰ ਬਾਅਦ ਚੋਂ ਪਤਾ ਲੱਗਿਆ। ਮੈਂ ਉਹਨਾਂ ਨੂੰ ਪੁੱਛਿਆ ਗੁਰੂ ਜੀ ਕਿੱਥੇ ਹੈ, ਗੁਰੂ ਜੀ ਨੂੰ ਮਿਲਣਾ ਹੈ। ਉਹਨਾਂ ਨੇ ਕਿਹਾ ਗੁਰੂ ਜੀ ਤਾਂ ਆਪਣੇ ਰੂਮ 'ਚ ਹੈ, ਤੁਸੀਂ ਬੈਠ ਜਾਓ। ਮੈਂ ਬੈਠ ਗਿਆ, 5 ਮਿੰਟ ਵੇਟ ਕੀਤੀ। ਗੁਰੂ ਜੀ ਆਏ, ਮੈਂ ਪੈਰੀ ਹੱਥ ਲਗਾਏ ਔਰ ਗੁਰੂ ਜੀ ਨੂੰ ਮੈਂ ਦੱਸਿਆ। ਮੈਂ ਕਿਹਾ ਪਿਤਾ ਜੀ ਨੇ ਭੇਜਿਆ, ਉਹ ਟਾਈਮ ਮੰਗਦੇ ਪਏ ਕਿ ਕਿਹੜੇ ਟਾਈਮ ਆਵਾਂ, ਤੁਹਾਨੂੰ ਮਿਲਣਾ ਹੈ। ਕਹਿੰਦੇ ਉਹਨਾਂ ਨੂੰ ਕਹੋ ਹੁਣੀ ਆ ਜਾਓ, ਹੁਣੀ ਬੁਲਾਇਆ। ਮੈਂ 10 ਮਿੰਟਾਂ ਦੇ ਵਿੱਚ ਪਿਤਾ ਜੀ ਨੂੰ ਗੁਰੂ ਜੀ ਕੋਲ ਲਿਆਇਆ। ਗੁਰੂ ਜੀ ਆਪਣੇ ਰੂਮ 'ਚ ਲੈ ਗਏ, ਉੱਥੇ ਬੈਠ ਕੇ ਅੱਧਾ ਘੰਟਾ ਗੱਲਾਂ ਹੋਈਆਂ। ਉਹ ਜ਼ਿਆਦਾ ਗੱਲਾਂ ਤਾਂ ਮੈਨੂੰ ਯਾਦ ਨਹੀਂ ਹੈ, ਲੇਕਿਨ ਗੁਰੂ ਜੀ ਨੇ ਕਿਹਾ ਮੇਰੇ ਪੈਰ 'ਚ ਨਾ ਪਦਮ ਹੈ। ਤਾਂ ਮੈਂ ਗੁਰੂ ਜੀ ਦੇ ਪੈਰ ਵੱਲ ਦੇਖਣ ਲੱਗ ਗਿਆ ਕਿ ਮੈਂ ਦੇਖਾਂ ਕਿਸ ਤਰ੍ਹਾਂ ਦਾ ਕਦਮ ਹੁੰਦਾ। ਲੇਕਿਨ ਗੁਰੂ ਜੀ ਦਾ ਪੈਰ ਨਾਰਮਲ ਸੀਗਾ। ਇੰਨੀ ਸਮਝ ਨਹੀਂ ਸੀਗੀ ਮੈਨੂੰ ਵੀ ਕਿ ਮਹਾਂਪੁਰਸ਼ਾਂ ਕੋਲ ਬੈਠੇ ਆ, ਜੋ ਕਹਿ ਰਹੇ ਉਹ ਸੱਚ ਹੀ ਹੈ। ਚਲੋ ਉਸ ਤੋਂ ਬਾਅਦ ਗੁਰੂ ਜੀ ਨਾਲ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਗੁਰੂ ਜੀ ਦਾ ਜਿਵੇਂ ਕਹਿ ਲਈਏ ਕਿ ਗੁਰੂ ਜੀ ਦੇ ਪਿਆਰ ਦੇ ਵਿੱਚ ਰੰਗਣਾ ਸ਼ੁਰੂ ਹੋ ਗਏ। ਰੋਜ਼ ਆਣਾ ਸ਼ੁਰੂ ਹੋ ਗਏ। ਇੱਕ ਉੱਥੇ ਸੱਜਣ ਪੁਰਸ਼ ਸੀਗੇ, ਉਹਨਾਂ ਨੇ ਪੁੱਛਿਆ ਪਿਤਾ ਜੀ ਨੂੰ ਕਿ ਤੁਸੀਂ ਰੋਜ਼ ਆਉਂਦੇ ਹੋ, ਤੁਹਾਨੂੰ ਕੋਈ ਪ੍ਰੋਬਲਮ ਹੈ? तो पिता जी ने हथ जोड़ के कहा कि नहीं, मैनू तो कोई प्रॉब्लम तो नहीं है, सारी रब की कृपा है, मैं तो गुरु जी के दर्शन करना आना और इतने मैनू बहुत अच्छा लगता। चलो सिलसिला इस तरह ही चलता रहा। गुरु जी के रंग दे विच रंगदे गए। एक दिन मैनू बुला के उन्होंने कहा कि अशोक,
ਆ ਮੇਰੀ ਜਿਹੜੀ ਘੜੀ ਹੈ ਨਾ, ਗੁਰੂ ਜੀ 골ਡਨ ਕਲਰ ਦੀ ਘੜੀ ਪਾਉਂਦੇ ਸੀਗੇ ਉਦੋਂ। ਕਹਿੰਦੇ ਇਹਨੂੰ ਐ ਕਰ, ਦੂਜੇ ਕਮਰੇ 'ਚ ਲੈ ਜਾ ਤੇ ਇਹਨੂੰ ਚਮਕਾ ਕੇ ਲਿਆ। ਤੇ ਨਾਲ ਮੈਨੂੰ ਕਿਹਾ ਕਿ ਕਹਿੰਦੇ ਇਹਨੂੰ ਉਨੀ ਦੇਰ ਚਮਕਾਈ ਜਦੋਂ ਤੱਕ ਤੇਰਾ ਮੂੰਹ ਨਾ ਦਿਖਣ ਲੱਗ ਜੇ। ਮੈਂ ਵੀ ਹੱਸ ਪਿਆ, ਮੈਂ ਕਿਹਾ ਚੰਗਾ ਗੁਰੂ ਜੀ। ਮੈਂ ਦੂਜੇ ਕਮਰੇ ਦੇ ਵਿੱਚ ਉਹ ਜੋ ਘੜੀ ਦੀ ਸੇਵਾ ਮੈਨੂੰ ਦਿੱਤੀ ਸੀ, ਮੈਂ ਉਹ ਅੱਧਾ ਘੰਟਾ ਉਹਨੂੰ ਚਮਕਾਉਂਦਾ ਰਿਹਾ। ਉਹ ਪਹਿਲਾਂ ਹੀ ਬੜੀ ਚਮਕਦੀ ਸੀ, ਮੂੰਹ ਤਾਂ ਪਹਿਲਾਂ ਹੀ ਦਿਖਦਾ ਪਿਆ ਸੀ। ਹੁਣ ਇਹ ਤਾਂ ਗੁਰੂ ਜੀ ਨੂੰ ਪਤਾ ਕੀ ਕੀ ਕਹਿਣਾ ਚਾਹੁੰਦੇ ਸੀਗੇ। ਫਿਰ ਕਦੇ ਉਹਨਾਂ ਨੇ ਜੋ ਆਪਣਾ ਕੜਾ ਪਾਇਆ ਹੁੰਦਾ ਸੀਗਾ, ਉਹਨੂੰ ਕਹਿੰਦੇ ਸੀਗੇ ਜਾ ਇਹਨੂੰ ਨਾ ਚਮਕਾ ਕੇ ਲਿਆ। ਓਨੈਸਟਲੀ ਦੱਸਾਂ, ਕੜਾ ਚਮਕਾਉਂਦੇ ਚਮਕਾਉਂਦੇ ਮੇਰੇ ਮਨ 'ਚ ਖਿਆਲ ਆਉਂਦਾ ਕਿ ਗੁਰੂ ਜੀ ਹੁਣ ਮੈਨੂੰ ਬੁਲਾ ਲਓ, ਕਿਉਂਕਿ ਉਸ ਹਾਲ ਦੇ ਵਿੱਚ ਆ ਕੇ ਮੈਂ ਗੁਰੂ ਜੀ ਨੂੰ ਦੇਖਣਾ ਚਾਹੁੰਦਾ ਸੀਗਾ, ਗੁਰੂ ਜੀ ਦਾ ਰੂਪ ਦੇਖਣਾ ਚਾਹੁੰਦਾ ਸੀਗਾ। ਉੱਥੇ ਬੈਠਣਾ, ਗੁਰੂ ਜੀ ਦੇ ਸਾਹਮਣੇ ਬੈਠਣਾ ਅੱਛਾ ਲੱਗਦਾ ਸੀਗਾ। ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਇਕੱਲਾ ਬੈਠਾ, ਪਰ ਚਲੋ ਇੰਨੀ ਸਮਝ ਇੰਨੀ ਹੈ ਨਹੀਂ ਸੀਗੀ। ਕਦੇ ਕਦੇ ਗੁਰੂ ਜੀ ਨੇ ਆਪਣੇ ਜਿਹੜੇ ਸ਼ੂਜ਼ ਸੀਗੇ ਜੋੜੇ ਦੇ ਦੇਣੇ। ਗੁਰੂ ਜੀ ਵਾਈਟ ਕਲਰ ਦੇ ਸ਼ੂਜ਼ ਪਾਉਂਦੇ ਸੀ, ਕਦੇ ਬਰਾਊਨ ਕਲਰ ਦੇ ਪਾਉਂਦੇ ਸੀਗੇ। ਲੈ ਅਸ਼ੋਕ, ਇਹਨੂੰ ਇਹਨੂੰ ਸਾਫ਼ ਕਰਕੇ ਲਿਆ, ਇਹਨੂੰ ਚਮਕਾ ਕੇ ਲਿਆ। ਸਤਿਗੁਰ ਮੇਰਾ ਸਦਾ ਦਿਆਲਾ, ਮੋਹੇ ਦੀਨ ਕੇ ਰਾਖ ਲਿਓ। ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਸੁਖ ਨਾਮ ਦਿਓ। ਸੰਗਤ ਜੀ, ਮੈਂ ਇੱਕ ਹੋਰ ਤੁਹਾਡੇ ਨਾਲ ਇੱਕ ਸੰਗਤ ਸ਼ੇਅਰ ਕਰਨ ਜਾ ਰਿਹਾ। ਬੜੀ ਪਿਆਰੀ ਸੰਗਤ ਹੈ, ਸਤਸੰਗ ਹੈ। ਗੁਰੂ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ, ਸਾਰੀ ਸੰਗਤ ਵਾਸਤੇ ਨਾ ਤੁਸੀਂ ਛੱਲੀਆਂ ਲੈ ਕੇ ਆਓ। ਗੁਰੂ ਜੀ ਨੇ ਕਿਹਾ, ਡੈਡੀ ਨੇ ਕਿਹਾ ਠੀਕ ਹੈ ਗੁਰੂ ਜੀ। ਕਿਸੇ ਸੇਵਾਦਾਰ ਦੇ ਜਿਹੜਾ ਉੱਥੇ ਕੋਈ ਆਏ ਹੋਏ ਸੀਗੇ, ਉਹਨਾਂ ਦੀ ਗੱਡੀ ਲਿੱਤੀ, ਪੁੱਛਿਆ ਕਿੱਥੋਂ ਮਿਲਣਗੀਆਂ, ਤੇ ਪਤਾ ਲੱਗਿਆ ਕਿ ਜਲੰਧਰ ਦੇ ਮਾਡਲ ਟਾਊਨ ਦੇ ਜਿਹੜਾ ਮੰਦਿਰ ਹੈ ਉਹਦੇ ਸਾਹਮਣੇ ਛੱਲੀਆਂ ਵਾਲੇ ਬੈਠੇ ਆ। ਪਿਤਾ ਜੀ ਚਲੇ ਗਏ। ਹੁਣ ਸੰਗਤ ਸੀਗੀ 30-40 ਸੰਗਤ ਸੀਗੀ। ਹੁਣ ਇੱਕ ਵਾਲੇ ਛੱਲੀ ਵਾਲੇ ਨੂੰ ਦੱਸਦੇ ਤਾਂ ਉਹਦਾ ਟਾਈਮ ਬਹੁਤ ਲੱਗ ਜਾਣਾ ਸੀਗਾ। ਉਹ 7-8 ਇਕੱਠੇ ਸੀਗੇ, ਸਾਰਿਆਂ ਨੂੰ 5-5 6-6 ਛੱਲੀਆਂ ਭੁੰਨਣ ਦਾ ਕਹਿਤਾ। ਔਰ ਪਿਤਾ ਜੀ ਉੱਥੇ ਉਹਨਾਂ ਦੇ ਕੋਲ ਟਹਿਲਣ ਲੱਗ ਪਏ। ਇੰਨੀ ਦੇਰ ਦੇ ਵਿੱਚ 2 ਵੈਨਸ ਆਉਂਦੀਆਂ ਜਿਹਦੇ ਚ 10-15 ਲੋਕ ਸੀਗੇ, ਲੇਡੀਜ਼ ਵੀ ਸੀ। ਇੱਕ ਬੰਦਾ ਜਿਹੜਾ ਅਗਲੀ ਸੀਟ ਤੇ ਬੈਠਾ ਉਹ ਉਤਰ ਕੇ ਆਂਦਾ। ਉਹ ਮੇਰੇ ਪਿਤਾ ਜੀ ਦੇ ਪੈਰੀ ਹੱਥ ਲਾਉਂਦਾ ਕਿ ਜੈ ਗੁਰੂ ਜੀ। ਕਹਿੰਦੇ ਜੀ ਅਸੀਂ ਭੋਗ ਤੇ ਚੱਲੇ ਸੀਗੇ, ਅਸੀਂ ਦੇਖਿਆ ਗੁਰੂ ਜੀ ਖੜੇ ਆ। ਤੇ ਮੇਰੇ ਪਿਤਾ ਜੀ ਨੇ ਕਿਹਾ ਕਿ ਗੁਰੂ ਜੀ ਤਾਂ ਮੰਦਿਰ ਚ ਹੈ, ਮੈਨੂੰ ਤਾਂ ਉਹਨਾਂ ਨੇ ਛੱਲੀਆਂ ਲੈਣ ਵਾਸਤੇ ਭੇਜਿਆ। ਇੰਨੀ ਗੱਲ ਸੁਣ ਕੇ ਉਹ ਬੰਦਾ ਵਾਪਸ ਹੋ ਗਿਆ ਔਰ ਉਹ ਬੰਦੇ ਚਲੇ ਗਏ। ਪਿਤਾ ਜੀ ਛੱਲੀਆਂ ਲੈ ਕੇ ਗੁਰੂ ਜੀ ਕੋਲ ਆ ਗਏ, ਸੰਗਤ ਨੂੰ ਵੰਡਤੀਆਂ। ਉਸ ਤੋਂ ਬਾਅਦ ਇਕੱਲੇ ਕਮਰੇ ਦੇ ਵਿੱਚ ਗੁਰੂ ਜੀ ਨੂੰ ਜਾ ਕੇ ਸਾਰੀ ਇਹ ਘਟਨਾ ਦੱਸੀ ਕਿ ਗੁਰੂ ਜੀ ਅੱਜ ਮੇਰੇ ਨਾਲ ਇਹ ਵਾਪਰਿਆ। ਗੁਰੂ ਜੀ ਬੋਲੇ ਤਾਂ ਨਹੀਂ, ਪਰ ਹੱਸਣ ਲੱਗ ਪਏ। ਚਲੋ ਇਹ ਗੁਰੂ ਜੀ ਦੀ ਮਹਿਮਾ ਹੈ। ਇਸ ਤਰ੍ਹਾਂ ਦੇ ਇਹਦੇ ਨਾਲ ਹੀ ਇੱਕ ਹੋਰ ਇਸ ਤਰ੍ਹਾਂ ਦਾ ਹੀ ਸਤਸੰਗ ਹੈ। ਪਿਤਾ ਜੀ ਲੁਧਿਆਣੇ ਅੰਮ੍ਰਿਤਸਰ ਤੋਂ ਆਏ, ਟ੍ਰਾਂਸਫਰ ਅੰਮ੍ਰਿਤਸਰ ਹੋ ਗਈ ਸੀ। ਬੱਸ ਤੋਂ ਉਤਰੇ, ਰਕਸ਼ਾ ਲਿੱਤਾ, ਕਹਿੰਦੇ ਘਰ ਕੀ ਜਾਣਾ, ਪਹਿਲਾਂ ਗੁਰੂ ਜੀ ਨੂੰ ਮੱਥਾ ਟੇਕ ਜਾਂਦੇ ਆ। ਜਦੋਂ ਹਾਲ ਚ ਆਏ, ਗੁਰੂ ਜੀ ਤਿਆਰ ਖੜੇ ਸੀ, ਕਿਤੇ ਜਾਣਾ ਸੀ ਉਹਨਾਂ ਨੇ। ਤੇ ਪਿਤਾ ਜੀ ਨੂੰ ਕਹਿੰਦੇ ਐਂ ਕਰੋ, ਤੁਸੀਂ ਇੱਥੇ ਬੈਠੋ ਕੁਰਸੀ ਕੋਲ, ਤੇ ਮੈਂ ਥੋੜੀ ਦੇਰ ਤੱਕ ਆਉਣਾ। ਗੁਰੂ ਜੀ ਚਲੇ ਗਏ। ਇੰਨੀ ਦੇਰ ਚ ਇੱਕ ਗੁਰੂ ਜੀ ਦੇ ਸ਼ਰਧਾਲੂ ਆਉਂਦੇ ਆ ਸਕੂਟਰ ਤੇ, ਅੰਦਰ ਵੜਦੇ ਆ, ਸਿੱਧਾ ਕਹਿੰਦੇ ਜੈ ਗੁਰੂ ਜੀ। ਪਿਤਾ ਜੀ ਦੇ ਪੈਰੀ ਹੱਥ ਲਾਉਣ ਲੱਗਦੇ, ਜੈ ਗੁਰੂ ਜੀ। ਕਹਿੰਦੇ ਨਹੀਂ ਜੀ, ਮੈਂ ਤਾਂ ਆਪ ਗੁਰੂ ਜੀ ਦਾ ਸ਼ਰਧਾਲੂ ਹਾਂ,
ਮੈਨੂੰ ਤਾਂ ਗੁਰੂ ਜੀ ਬਿਠਾ ਕੇ ਗਏ ਆ, ਇੱਥੇ ਕੰਮ ਗਏ ਆ ਜਾਂਦੇ ਆ, ਤੁਸੀਂ ਬੈਠੋ। ਸੁਦਾਮਾ ਨੂੰ ਕਿਹਾ, ਸੁਦਾਮਾ ਇਹਨਾਂ ਨੂੰ ਪਾਣੀ ਪਿਆ, ਚਾਹ ਪਿਆ। ਚਲੋ ਆ ਕੇ ਫੇਰ ਗੁਰੂ ਜੀ ਨਾਲ ਪੁੱਛਿਆ, ਗੁਰੂ ਜੀ ਅੱਜ ਘਟਨਾ ਹੈ ਫੇਰ ਵਾਪਰੀ, ਏਦਾਂ ਹੋਇਆ। ਗੁਰੂ ਜੀ ਫੇਰ ਹੱਸਣ ਲੱਗ ਪਏ। ਚਲੋ ਹੁਣ ਗੁਰੂ ਜੀ ਦੀ ਮਹਿਮਾ ਗੁਰੂ ਜੀ ਜਾਣਨ। ਸੰਗਤ ਜੀ, ਇੱਕ ਹੋਰ ਬੜਾ ਗੁਰੂ ਜੀ ਦਾ ਸਤਸੰਗ ਹੈ। ਗੁਰੂ ਜੀ ਇੱਕ ਦਿਨ ਅਚਾਨਕ ਘਰ ਆ ਗਏ, ਸਿੱਧਾ ਬੈਡਰੂਮ ਚ ਆ ਗਏ। ਪਿਤਾ ਜੀ ਤਾਂ ਸੀ ਨਹੀਂ, ਸਿਸਟਰ ਸੀਗੀਆਂ, ਮੈਂ ਵੀ ਨਹੀਂ ਸੀਗਾ। ਇਹ ਇਨਫੈਕਟ ਮੇਰੀ ਸਿਸਟਰ ਦਾ ਹੀ ਸਤਸੰਗ ਹੈ, ਮੈਂ ਉਹਨਾਂ ਦੇ ਥਰੂ ਹੀ ਸ਼ੇਅਰ ਕਰ ਰਿਹਾ। ਆ ਕੇ ਬੈੱਡ ਤੇ ਬੈਠ ਕੇ, ਸਾਰੇ ਜਣੀਆਂ ਬੈਠੀਆਂ ਸੀ ਬੈੱਡ ਤੇ ਹੀ। ਮੰਮੀ ਨੂੰ ਸੀਗਾ ਕਿ ਗੁਰੂ ਜੀ ਆਏ, ਮੈਂ ਨਵੀਂ ਚਾਦਰ ਵਿਛਾਵਾਂ ਜਾਂ ਇਹਨੂੰ ਸਾਫ਼ ਕਰਦਾ, ਪਰ ਗੁਰੂ ਜੀ ਨੇ ਐਸਾ ਕਿ ਠੀਕ ਹੈ, ਸਭ ਕੁਝ ਠੀਕ ਹੈ, ਕਹਿੰਦੇ ਕੋਈ ਗੱਲ ਨਹੀਂ, ਉੱਥੇ ਹੀ ਬੈਠ ਗਏ। ਸਿਸਟਰ ਨੂੰ ਕਹਿਣ ਲੱਗੇ, ਭੈਣੇ ਗਾਣਾ ਸੁਣਾ। ਇੰਨਾ ਕਿਹਾ ਹੀ ਸੀਗਾ ਤੇ ਉਹਨਾਂ ਦਾ ਧਿਆਨ ਮੇਰੇ ਸਾਰਿਆਂ ਦੀ ਛੋਟੀ ਸਿਸਟਰ ਤੇ ਪਿਆ, ਜਿਹੜੀ ਉਦਾਸ ਬੈਠੀ ਸੀ। ਗੁਰੂ ਜੀ ਨੇ ਕਿਹਾ, ਕਿਉਂਕਿ ਗੁਰੂ ਜੀ ਨੂੰ ਪਤਾ ਲੱਗ ਜਾਂਦਾ ਜਾਨੀ ਜਾਨ ਹੈ, ਤੂੰ ਕਿਉਂ ਉਦਾਸ ਬੈਠੀ ਹੈ? ਉਸਨੇ ਤਾਂ ਜਵਾਬ ਦਿੱਤਾ ਨਹੀਂ, ਤਾਂ ਦੂਸਰੀ ਕਹਿੰਦੀ, ਗੁਰੂ ਜੀ ਇਹਦਾ ਰਿਜ਼ਲਟ ਆਉਣ ਵਾਲਾ ਹੈ। ਅੱਛਾ, ਕਿਹੜੀ ਕਲਾਸ ਦਾ? 10th ਦਾ। ਅੱਛਾ, ਕਦੋਂ ਆਣਾ? ਕਹਿੰਦੇ 8-10 ਦਿਨ ਲੱਗ ਜਾਣਗੇ। ਤੂੰ ਇਸ ਕਰਕੇ ਉਦਾਸ ਹੈ? ਲੈ, ਤੇਰਾ ਰਿਜ਼ਲਟ ਤਾਂ ਮੈਂ ਹੁਣ ਦੱਸ ਦਿੰਦਾ। ਕਾਪੀ ਪੈਨਸਲ ਲਿਆ। ਕਾਪੀ ਪੈਨਸਲ ਆ ਗਈ। ਗੁਰੂ ਜੀ ਨੇ ਉਸ ਪੇਜ ਤੇ ਲਿਖਿਆ 79.5। ਖੁਸ਼ ਹੈ? ਕਹਿੰਦੀ 80% ਨੰਬਰ ਆ ਗਏ ਤੇਰੇ। ਖੁਸ਼ ਹੋ ਗਈ। ਜਿਹੜੀ ਉਦਾਸ ਸੀ ਨਾ, ਉਹਨੂੰ ਹੀ ਕਿਹਾ, ਜਾ ਕਿਚਨ ਚੋਂ ਨਾ ਪਾਣੀ ਦਾ ਗਲਾਸ ਲਿਆ। ਉਹ ਪਾਣੀ ਦਾ ਗਲਾਸ ਲਿਆਈ। ਗੁਰੂ ਜੀ ਕਹਿੰਦੇ, ਇਹਨੂੰ ਅੱਧਾ ਕਰਕੇ ਲਿਆ, ਅੱਧਾ ਪਾਣੀ ਦਾ ਗਲਾਸ। ਉਹ ਅੱਧਾ ਪਾਣੀ ਦਾ ਗਲਾਸ ਲਿਆਈ। ਗੁਰੂ ਜੀ ਨੇ ਉਸ ਗਲਾਸ ਵਿੱਚ ਦੇਖ ਕੇ ਜ਼ੋਰ ਜ਼ੋਰ ਦੀ ਹੱਸੇ, ਕਿਉਂਕਿ ਇਹੋ ਜਿਹਾ ਰੂਪ ਖੈਰ ਮੈਂ ਤਾਂ ਨਹੀਂ ਸੀਗਾ, ਉਹਨਾਂ ਨੇ ਦੇਖਿਆ ਨਹੀਂ, ਬੜੀਆਂ ਹੈਰਾਨ ਹੋਈਆਂ ਕਿ ਗੁਰੂ ਜੀ ਦਾ ਇਹੋ ਜਿਹਾ ਰੂਪ। ਤੇ ਉਹਨਾਂ ਨੇ ਉਹ ਗਲਾਸ ਉਹ ਮੇਰੀ ਸਿਸਟਰ ਨੂੰ ਦਿੱਤਾ। ਜਦੋਂ ਉਹਨੇ ਹੱਥ 'ਚ ਫੜਿਆ ਤੇ ਉਹ ਸਾਰਾ ਗਲਾਸ ਪੂਰਾ ਰੋਜ਼ ਪੈਟਲ ਨਾਲ ਭਰਿਆ ਹੋਇਆ ਸੀ। ਪ੍ਰਸ਼ਾਦ ਦਿੱਤਾ ਉਹਨੂੰ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਫਿਰ ਕਦੇ ਕਦੇ ਆ ਜਾਂਦੇ ਘਰ, ਕਹਿੰਦੇ ਚਲੋ ਕੋਠੇ ਤੇ ਚੱਲਦੇ ਆ। ਕੋਠੇ ਤੇ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਉੱਪਰ ਕੋਈ ਇੱਕ ਅੱਧਾ ਮੰਜਾ ਪਿਆ ਹੁੰਦਾ, ਫੋਲਡਿੰਗ ਪਿਆ ਸੀ, ਵਿਛਾ ਲਿਆ। ਗੁਰੂ ਜੀ ਇਹਦੇ ਤੇ ਚਾਦਰ ਵਿਛਾ ਦਈਏ, ਮਨਾ ਕਰਤਾ। ਦਰੀ ਵਿਛਾ ਦਈਏ, ਮਨਾ ਕਰਤਾ। ਸ਼ੂਜ਼ ਲਾ ਕੇ ਲੇਟ ਗਏ, ਪਿੱਲੋ ਰੱਖਤਾ। ਮੈਨੂੰ ਕਹਿੰਦੇ, ਐਂ ਕਰ, ਘੀ ਗਰਮ ਕਰਕੇ ਲਿਆ ਤੇ ਘੀ ਦੇ ਵਿੱਚ ਨਾ ਨਿੰਬੂ ਨਿਚੋੜ ਲਈ। ਮੈਂ ਲਿਆਇਆ ਤੇ ਗੁਰੂ ਜੀ ਦੇ, ਅਸੀਂ ਪੰਜੋ ਭੈਣ ਭਰਾ ਗੁਰੂ ਜੀ ਦੇ ਮਾਲਿਸ਼ ਕਰਨੀ ਸ਼ੁਰੂ ਕਰਤੀ, ਪੈਰਾਂ ਦੀ, ਹੱਥਾਂ ਦੀ, ਮੱਥੇ ਤੇ ਵੀ ਲਾਤਾ। ਹੁਣ ਘਿਓ ਦੀ ਆਪਣੀ ਖੁਸ਼ਬੂ ਹੁੰਦੀ ਹੈ, ਅਸੀਂ ਜਿਉਂ-ਜਿਉਂ ਮਾਲਿਸ਼ ਕਰਦੇ ਗੁਰੂ ਜੀ ਦੇ ਵਿੱਚ ਉਨੀ ਫ੍ਰੈਗਨੈਂਸ ਆਣੀ। ਗੁਰੂ ਜੀ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ। ਅਸੀਂ ਭੈਣ ਭਰਾ ਇੱਕ ਦੂਜੇ ਨੂੰ ਇਸ਼ਾਰਾ ਕਰ ਰਹੇ ਹਾਂ ਕਿ ਦੇਖੋ ਕਿੰਨੀ ਫ੍ਰੈਗਨੈਂਸ ਆ ਰਹੀ। ਦੇਸੀ ਘੀ ਲਾ ਰਹੇ ਹਾਂ, ਫਿਰ ਵੀ ਫ੍ਰੈਗਨੈਂਸ ਆ ਰਹੀ ਹੈ। ਕਦੇ ਇਸ਼ਾਰਾ ਕਰੀਏ ਕਿ ਗੁਰੂ ਜੀ ਦੀ ਸਕਿਨ ਦੇਖਿਓ ਕਿੰਨੀ ਮੁਲਾਇਮ ਹੈ, ਕਿੰਨੀ ਮੁਲਾਇਮ ਹੈ। ਤੇ ਇਸ ਤਰ੍ਹਾਂ ਅੱਧਾ ਘੰਟਾ ਗੁਰੂ ਜੀ ਨੇ ਉਹ ਮਾਲਿਸ਼ ਕਰਾਈ, ਇੱਕ ਦੋ ਵਾਰੀ ਕਰਾਈ ਹੈ। ਤੇ ਗੁਰੂ ਜੀ ਫਿਰ
चले गए। उस तो बाद की होया, ये एक थोड़ा मैं लाइटर साइड ते गल करन लग्या। गुरु जी तो चले गए। उस तो बाद किचन च जाके घी गर्म किया, मैं भी नींबू निचोड़िया। बाथरूम च जाके मैं अपने ते भी वो घी अप्लाई कर लिया। बाहर आया, मैं मम्मी को गया, मम्मी कहते बड़ी स्मैल जी आ रही है घी की, बिल तो नहीं गया किते। मैं दसिया नहीं गा, मैं दूजे कमरे चला गया। उत्थे मेरिया सिस्टर बैठी हुई सी। जो उन्होंने को जाया, उन्होंने पता लग गया ये तो इन्हें आप ही लाया। मम्मी ने क्या कहते, मम्मी जी ये तो गुरु जी की नकल करन लग गया। मम्मी गुस्से होए, वो मेरे को कोई बैठे ना, स्मैल बड़ी आवे घी की, ते गुरु जी लाए ते खुशबू आन। संगत जी उदन का दिन जाता ते अज का मैं कदम मालिश नहीं की घी की। संगत जी एक होर बड़ा प्यारा सत्संग तुहाडे नाल शेयर करन लग्या। गुरु जी का पिता जी नूं मैसेज आंदा कि अशोक नूं ना रात नूं मेरे कोल भेज दो। गुरु जी उदों शिफ्ट कर गए सीगे जलंधर वाले मंदिर च, ते श्रद्धालु दे घर तो इधर शिफ्ट कर गए सीगे कि अज मेरी ना तबीयत कुछ ठीक नहीं है, ते अशोक नूं भेज दो। मैं खाना वगैरह खा के मैं रात नूं चला गया। मैं जो गया उदों मैनू याद है कि उदों उस हॉल दे विच उस मंदिर च कोई नहीं सीगा। गुरु जी सीगे। गुरु जी अपने लिविंग रूम च नहीं सीगे, वो जिथे जो ऑपरेशन थिएटर जिन्होंने गुरु जी कहते ऑपरेशन थिएटर, क्योंकि किसी भी अंकल नूं किसी नूं ठीक करना हुंदा सी तां चम्मच लैके जांदे सी कि चलो अंकल जी, चलो आंटी जी, ऑपरेशन थिएटर। मैं जो अंदर गया तो गुरु जी ने उत्थे सैटी भी पई सीगी, लेकिन गुरु जी ने अपना जो बिस्तर सीगा वो नीचे लगाया होया सीगा। पहला मेरे तो पहला कोई श्रद्धालु लगा गया होना। मैनू कहंदे वेखी मैं कुछ ठीक नहीं लग रहा। मैं गुरु जी की बांह गुरु जी ने अगे की। जो मैं बांह पकड़ी तो मैनू गरम गरम लगी। मैं गुरु जी ने कहा, मैं कहा गुरु जी कोई गरम गरम लग रही है, बुखार तो नहीं? कहते पता नहीं। मैं कहा मैं ना घरों जाके थर्मामीटर लैके आना। मैं घर गया, मैं थर्मामीटर लिया। आके जो मैं गुरु जी ने थर्मामीटर लाने लग्या, गुरु जी ने दसिया कि गुरु जी लैफ्ट राइट रख लो या राइट ते रख लो। गुरु जी ने पता नहीं सीगा। चलो थर्मामीटर रख लिया, मैं नोट करन लग गया। 1 मिनट बाद थर्मामीटर नोट किया, टैंपरेचर आया 102, 102 टैंपरेचर आया। मैं कहा गुरु जी बुखार है 102। हुण मैं भोला पंछी, मैनू की पता। मैं गुरु जी नूं कहा, मैं कहा गुरु जी मैं डॉक्टर नूं बुलाना। गुरु जी ने मैनू पता की कहा, कहते नहीं नहीं कोई डॉक्टर नूं बुलाने की लोड़ नहीं। हुण मैनू की पता कि गुरु जी तो डॉक्टरां नूं ठीक करदे आ, सारी सृष्टि दे मालक है। हजारां लोकां नूं गुरु जी ने ठीक किया। मैं कहा गुरु जी मैं तुहाडे वास्ते फिर मैं दवाई लैके आना। कहते ठीक है। मैं स्कूटर चक्या, मैं दवाइयां वाली दुकान ते पहुंच गया। हुण मैनू कोई उहदा दवाई का नाम नहीं पता। कोई अजकल तो सारे यूट्यूब ते देख लेंदे है, सॉल्ट भी पता हुंदा, पर उस वक्त कुछ भी नहीं पता सी। मैं दवाइयां वाले नूं कहा कि 102 बुखार है। उन्हें क्रोसिन देती। मैं क्रोसिन लैके गुरु जी कोल आ गया। मैं गुरु जी लेटे हुए सीगे, मैं पिछों हाथ दे के गुरु जी ने बिठाया, पानी लैके आया। मैं कहा गुरु जी लो दवाई लै लो। गुरु जी ने मूँह च गोली पाई। वो गोली
ਲਿੱਤੀ ਨਹੀਂ ਗਈ ਗੁਰੂ ਜੀ ਕੋਲੋਂ। ਗੁਰੂ ਜੀ ਨੂੰ ਦਵਾਈ ਲੈਣੀ ਨਹੀਂ ਆਉਂਦੀ ਸੀ, ਕਦੇ ਲਿੱਤੀ ਨਹੀਂ। ਮੈਂ ਕਿਹਾ ਗੁਰੂ ਜੀ ਦੁਬਾਰਾ ਪਾਣੀ ਪੀਓ, ਤੇ ਜਦੋਂ ਦੁਬਾਰਾ ਸੈਕੰਡ ਟਾਈਮ ਗੁਰੂ ਜੀ ਨੇ ਪਾਣੀ ਪੀਤਾ ਤੇ ਦਵਾਈ ਲੈ ਲਈ ਤੇ ਲੇਟ ਗਏ। ਤੇ ਮੈਂ ਗੁਰੂ ਜੀ ਨੂੰ ਕਿਹਾ, ਗੁਰੂ ਜੀ ਮੈਂ ਤੁਹਾਡੇ ਕੋਈ ਪੈਰ ਦਬਾ ਦੇਣਾ, ਹੱਥ ਦਬਾ ਦੇਣਾ। ਗੁਰੂ ਜੀ ਨੇ ਕਿਹਾ, ਨਹੀਂ ਤੂੰ ਹੁਣ ਜਾ ਕੇ ਨਾ ਉਹ ਹਾਲ ਦੇ ਵਿੱਚ ਸੋ ਜਾ। ਮੈਂ ਹਾਲ 'ਚ ਲੇਟ ਗਿਆ। ਨੀਂਦ ਤਾਂ ਕੀ ਆਣੀ ਸੀਗੀ, ਧਿਆਨ ਗੁਰੂ ਜੀ ਵੱਲ। ਫਿਰ ਪਤਾ ਨਹੀਂ ਕਿਹੜੇ ਵੇਲੇ ਮੇਰੀ ਅੱਖ ਲੱਗ ਗਈ। ਸਵੇਰੇ ਗੁਰੂ ਜੀ ਮੈਨੂੰ ਜਗਾ ਰਹੇ ਹੈ, ਅਸ਼ੋਕ ਅਸ਼ੋਕ ਆਵਾਜ਼ਾਂ ਲਗਾ ਰਹੇ ਹੈ। ਮੈਂ ਉੱਠਿਆ, ਮੈਂ ਜਦੋਂ ਦੇਖਿਆ ਗੁਰੂ ਜੀ ਨਹਾ ਧੋ ਕੇ ਤਿਆਰ। ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਗੁਰੂ ਜੀ, ਬੜੀ ਮਨ 'ਚ ਖੁਸ਼ੀ ਵੀ ਹੋਈ ਕਿ ਗੁਰੂ ਜੀ ਠੀਕ ਹੋ ਗਏ। ਗੁਰੂ ਜੀ ਨੇ ਕਿਹਾ, ਐ ਕਰ ਮੂੰਹ ਹੱਥ ਧੋ ਕੇ ਨਾ ਚਾਹ ਬਣਾ। ਮੈਂ ਚਾਹ ਬਣਾਈ। ਗੁਰੂ ਜੀ ਸਟੀਲ ਦੇ ਗਲਾਸ 'ਚ ਚਾਹ ਪੀਂਦੇ ਸੀ। ਕਹਿੰਦੇ ਸ਼ਬਦ ਲਗਾ, ਸ਼ਬਦ ਲਗਾਤੇ। ਦਿਨ ਚੜ੍ਹਨਾ ਸ਼ੁਰੂ ਹੋਇਆ, ਸੰਗਤ ਆਈ। ਗੁਰੂ ਜੀ ਨੇ ਕਿਹਾ, ਚੰਗਾ ਹੁਣ ਤੂੰ ਜਾ। ਹੁਣ ਗੁਰੂ ਜੀ ਪਤਾ ਨਹੀਂ ਕੀ ਦੱਸਣਾ ਚਾਹੁੰਦੇ ਸੀਗੇ, ਕੀ ਕਸ਼ਟ ਦੂਰ ਕਰਨਾ ਚਾਹੁੰਦੇ ਸੀ ਮੇਰੇ, ਇਹ ਮੈਨੂੰ ਹੁਣ ਸਮਝ ਲੱਗੀ ਹੈ। ਸਨ 2012 ਦੇ ਵਿੱਚ ਮੈਂ ਵਾਕ ਕਰ ਰਿਹਾ ਸੀਗਾ। ਮੇਰੇ ਚੈਸਟ 'ਚ ਪੇਨ ਹੋਈ। ਉਹ ਪੇਨ ਦੀ ਮੈਨੂੰ ਪਤਾ ਨਹੀਂ ਸੀਗਾ ਕਿ ਪੇਨ ਕਿਸ ਚੀਜ਼ ਦੀ ਹੈ। ਪੇਨ ਹੋ ਰਹੀ ਸੀਗੀ, ਮੈਂ ਵਾਕ ਕਰ ਰਿਹਾ ਸੀਗਾ, ਪੇਨ ਵੱਧਦੀ ਗਈ। ਮੈਂ ਉੱਪਰ ਘਰ ਆ ਗਿਆ। ਘਰ ਦੇ ਸਾਰੇ ਸੁੱਤੇ ਹੋਏ ਸੀ। ਮੈਂ ਕਿਚਨ 'ਚ ਗਿਆ, ਅਜਵਾਇਣ ਖਾ ਲਈ, ਆ ਕੇ ਲੇਟ ਗਿਆ। ਪੇਨ ਵੱਧਦੀ ਰਹੀ। ਉਦੋਂ ਤੱਕ ਮੇਰੀ ਜਿਹੜੀ ਪੇਨ ਸੀਗੀ ਉਹ ਮੇਰੇ ਜਾਅ 'ਚ ਔਰ ਲੈਫਟ ਸ਼ੋਲਡਰ ਦੇ ਵਿੱਚ ਔਰ ਬਾਜੂ 'ਚ ਆ ਚੁੱਕੀ ਸੀ, ਜੋ ਮੈਨੂੰ ਮਹਿਸੂਸ ਹੋ ਰਹੀ ਸੀ ਉਦੋਂ। ਪੇਨ ਘਟੀ ਨਹੀਂ। ਮੈਂ ਫਿਰ ਉੱਠਿਆ, ਮੈਂ ਇਨੋ ਲੈ ਰਿਹਾ, ਫੇਰ ਨਹੀਂ ਘਟੀ। ਉਸ ਤੋਂ ਬਾਅਦ ਮੈਂ ਆਪਣੀ ਲੇਟ ਕੇ ਐਕਸਰਸਾਈਜ਼ ਸ਼ੁਰੂ ਕਰਤੀ ਕਿ ਸ਼ਾਇਦ ਕੋਈ ਗੈਸ ਦੀ ਪ੍ਰੋਬਲਮ ਹੈ। ਅੱਜ 5 ਜੂਨ ਨੂੰ ਜਾਂ 7 ਜੂਨ ਨੂੰ ਕਿਸੇ ਆਂਟੀ ਨੇ ਸਤਸੰਗ ਸ਼ੇਅਰ ਕੀਤਾ ਸੀ ਕਿ ਜਿਹੜਾ ਫਸਟ ਆਵਰ ਹੈ ਉਹ ਗੋਲਡਨ ਆਵਰ ਹੈ, ਉਹਦੇ ਵਿੱਚ ਇਮੀਡੀਏਟਲੀ ਡਾਕਟਰ ਕੋਲ ਜਾਣਾ ਹੁੰਦਾ ਹੈ। ਤੇ ਇਸ ਨੂੰ ਕਰਦੇ ਕਰਦੇ 1 ਘੰਟਾ ਤਾਂ ਮੈਨੂੰ ਘਰ ਹੀ ਹੋ ਗਿਆ। ਉਸ ਤੋਂ ਬਾਅਦ ਮੈਂ ਆਪਣੀ ਆਂਟੀ ਨੂੰ ਉਠਾਉਣ ਲੱਗਿਆ ਕਿ ਮੇਰੇ ਪੇਨ ਹੋ ਰਹੀ ਹੈ। ਇਹਨੂੰ ਲੱਗਿਆ ਕਿ ਸ਼ਾਇਦ ਮਜ਼ਾਕ ਕਰ ਰਿਹਾ, ਕਿ ਮੈਨੂੰ ਸਵੇਰੇ ਉਠਾਉਣਾ ਚਾਹੁੰਦਾ ਹੈ। ਪਰ ਮੈਂ 2 ਵਾਰੀ ਇਨਸਿਸਟ ਕੀਤਾ ਤੇ ਉੱਠ ਗਈ। ਮੈਂ ਆਪਣੇ ਬ੍ਰਦਰ ਇਨ ਲਾਅ ਮੇਰਾ ਆਇਆ ਸੀਗਾ, ਉਹਨੇ ਗੱਡੀ ਚਲਾਈ, ਮੈਂ ਪਿੱਛੇ ਬੈਠ ਗਿਆ। ਮੈਂ ਸੰਗਤ ਜੀ ਹਸਪੀਟਲ ਜਾਣਾ ਨਹੀਂ ਚਾਹੁੰਦਾ ਸੀ, ਨਾ ਹੀ ਮੈਨੂੰ ਪਤਾ ਸੀਗਾ ਕਿ ਮੇਰੇ ਕੀ ਹੋ ਰਿਹਾ। ਮੈਂ ਸਿੱਧਾ ਜਿੱਥੋਂ ਰੂਟੀਨ ਦੇ ਵਿੱਚ ਮੈਡੀਸਨ ਲੈਂਦੇ ਆ, ਮੈਂ ਉੱਥੇ ਚਲਾ ਗਿਆ। ਇਹ ਗੱਲ ਪੰਚਕੂਲਾ ਦੀ ਹੈ। ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਡਾਕਟਰ ਸਾਹਿਬ ਆਉਂਦੇ ਆ ਗਏ? ਕਹਿੰਦੇ ਆਏ ਨਹੀਂ ਗੇ, ਥੋੜਾ ਵੇਟ ਕਰ ਲਓ। ਮੈਂ ਉੱਥੋਂ ਆਪਣੇ ਆਂਟੀ ਨੂੰ ਕਿਹਾ ਗੱਡੀ ਦੂਜੀ ਸ਼ਾਪ ਤੇ ਲੈ ਜਾਓ। ਉੱਥੇ ਗਿਆ, ਉਹ ਕਹਿੰਦੇ ਕਿ ਨਹੀਂ, ਸਾਡੇ ਕੋਲ ਤਾਂ ECG ਹੈ ਨਹੀਂ ਤੇ ਤੁਸੀਂ ਕਿਸੇ ਹਸਪੀਟਲ 'ਚ ਚਲੇ ਜਾਓ। ਮੈਂ ਫਿਰ ਪਹਿਲੀ ਵਾਲੀ ਸ਼ਾਪ ਤੇ ਆ ਗਿਆ। ਉਦੋਂ ਤੱਕ ਡਾਕਟਰ ਆ ਗਏ ਸੀਗੇ। ਉਹਨਾਂ ਨੇ ਮੇਰੇ ECG ਕੀਤੀ, ECG ਠੀਕ ਨਹੀਂ ਆਈ। ਹੁਣ ਸੰਗਤ ਜੀ, ਮੈਂ ਇਹ ਗੁਰੂ ਜੀ ਦੀ ਮੈਂ ਕਿਰਪਾ ਦੀ ਗੱਲ ਕਰ ਰਿਹਾ। ਇਸ ਨੂੰ ਕਰਦੇ ਕਰਾਂਦੇ 2 ਘੰਟੇ 2.5 ਘੰਟੇ ਹੋ ਗਏ ਸੀਗੇ। ਉਸ ਤੋਂ ਬਾਅਦ ਮੈਨੂੰ ਕਿਸੇ ਨੇ ਦੱਸਿਆ ਕਿ ਸੈਕਟਰ 14 ਦੇ ਵਿੱਚ ਹਸਪੀਟਲ ਹੈ। ਤਾਂ ਮੈਨੂੰ ਇਹ ਸੀਗਾ ਕਿ ਛੋਟਾ ਹਸਪੀਟਲ, ਚਲੋ ਜਲਦੀ ਫ੍ਰੀ ਹੋ ਜਾਵਾਂਗੇ, ਵੱਡੇ ਹਸਪੀਟਲ 'ਚ ਤਾਂ ਕੀ ਜਾਣਾ। ਮੈਂ ਉੱਥੇ ਗਿਆ, ਉਹਨਾਂ ਨੇ ਮੈਨੂੰ ਕੁਛ ਮੈਡੀਸਨ ਦਿੱਤੀਆਂ, ਸੋਬੀਟਰੇਟ ਹੋਣੀ ਕੋਈ। ਉੱਠਣ ਤੋਂ ਬਾਅਦ ਉਹਨਾਂ ਨੇ ਕਿਹਾ ਨਹੀਂ, ਤੁਹਾਨੂੰ ਤੁਸੀਂ ਤਾਂ ਚੱਲਣਾ ਵੀ ਨਹੀਂ, ਤੁਹਾਨੂੰ ਤਾਂ ਵੀਲ ਚੇਅਰ ਤੇ ਗੱਡੀ ਤੱਕ ਜਾਣਾ ਪਊਗਾ। ਚਲੋ ਉਸ ਤੋਂ ਬਾਅਦ ਮੈਂ ਵੱਡੇ ਹਸਪੀਟਲ ਚੱਲ ਕੈਮਿਸਟ ਦੇ ਵਿੱਚ ਗਿਆ। ਪਹੁੰਚਦੇ ਪਹੁੰਚਦੇ 10 ਵੱਜ ਗਏ ਸੀਗੇ। ਚਲੋ ਉਸ ਤੋਂ ਬਾਅਦ ਕੀ ਹੋਇਆ ਉਹ ਤਾਂ ਬਾਅਦ ਦੀ ਗੱਲ ਹੈ। ਪਰ ਇਹ 4 ਘੰਟੇ
ਮੈਨੂੰ ਕੋਈ ਫੋਰਸ ਪ੍ਰੋਟੈਕਟ ਕਰ ਰਹੀ ਸੀਗੀ, ਉਹ ਗੁਰੂ ਜੀ ਦੀ। ਗੁਰੂ ਜੀ ਨੇ 4 ਘੰਟੇ ਮੈਨੂੰ ਕੁਝ ਨਹੀਂ ਹੋਣ ਦਿੱਤਾ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਮੇਰੇ ਮੰਮੀ, ਇੱਕ ਹੋਰ ਸਤਸੰਗ ਹੈ, ਮੇਰੇ ਮੰਮੀ ਬਹੁਤ ਘੱਟ ਗੁਰੂ ਜੀ ਕੋਲ ਜਾਂਦੇ ਸੀਗੇ। ਮੈਂ ਜਾਂਦਾ ਸੀਗਾ, ਪਿਤਾ ਜੀ ਜਾਂਦੇ ਸੀ, ਕਦੇ ਕਦੇ ਮੇਰੀਆਂ ਭੈਣਾਂ ਚਲੀਆਂ ਜਾਂਦੀਆਂ ਸੀਗੀਆਂ। ਮੰਮੀ ਆਪਦੇ ਘਰ ਦਾ ਕੰਮ 'ਚ ਲੱਗੇ ਰਹਿੰਦੇ ਸੀਗੇ। ਉਹ ਇੱਕ ਵਾਰੀ ਜਦੋਂ ਗੁਰੂ ਜੀ ਕੋਲ ਗਏ ਤੇ ਗੁਰੂ ਜੀ ਨੇ ਉਹਨਾਂ ਨੂੰ 100 ਰੁਪਏ ਦਾ ਡਿਵਾਈਨ ਪ੍ਰਸ਼ਾਦ ਦਿੱਤਾ। ਤੇ ਜਦੋਂ ਮੰਮੀ ਨੇ ਪਕੜਿਆ ਤਾਂ ਬਹੁਤ ਹੀ 100 ਰੁਪਏ ਦਾ ਕੜਕ ਦਾ ਨੋਟ ਸੀਗਾ ਔਰ ਗਰਮ ਪੂਰਾ। ਤੇ ਉੱਥੇ ਸੰਗਤਾਂ ਨੂੰ ਕਹਿਣ ਲੱਗੇ ਕਿ ਜੇ ਕਿਸੇ ਨੇ ਆਪਣਾ ਕਲਿਆਣ ਕਰਾਣਾ ਹੈ ਤੇ ਮਾਇਆ ਆਂਟੀ ਦੇ ਘਰ ਦਾ ਖਾਣਾ ਖਾ ਕੇ ਆਓ। ਮੰਮੀ ਹੱਸ ਗਏ ਕਿਉਂਕਿ ਗੁਰੂ ਜੀ ਮਜ਼ਾਕ ਵੀ ਕਰਦੇ ਸੀ ਨਾ। ਤੇ ਹੁਣ ਸਾਨੂੰ ਕੀ ਪਤਾ ਸੀਗਾ ਕਿ ਇਹ ਸੱਚ ਹੀ ਹੋ ਜਾਣਾ। ਇੱਕ ਦਿਨ ਇੱਕ ਕਪਲ ਆ ਗਏ, ਬੈਲ ਮਾਰੀ, ਮੇਰੀ ਛੋਟੀ ਭੈਣ ਅਨੀਤਾ, ਉਹ ਬਾਹਰ ਆਈ, ਕਹਿੰਦੇ ਹਾਂਜੀ। ਹੁਣ ਆਂਟੀ ਅੰਕਲ ਵੀ ਥੋੜੇ ਜਿਹੇ ਐम्बैरेसिंग ਪੋਜੀਸ਼ਨ 'ਚ ਕੀ ਹੁਣ ਕੀ ਦੱਸੀਏ। ਕਹਿੰਦੇ ਗੁਰੂ ਜੀ ਨੇ ਭੇਜਿਆ, ਉਹਨਾਂ ਨੇ ਕਿਹਾ ਕਿ ਖਿੱਚੀ ਅੰਕਲ ਦੇ ਘਰ ਦਾ ਖਾਣਾ ਖਾ ਕੇ ਉਹ ਤੁਹਾਡਾ ਕਲਿਆਣ ਹੋ ਜਾਊਗਾ। ਤੇ ਕਹਿੰਦੇ ਆਓ ਜੀ, ਜੀ ਸਦਕੇ। ਅੰਦਰ ਗਏ, ਬੈਠੇ ਤੇ ਮੰਮੀ ਸੋਚੀ ਜਾਣ ਜੇ ਗੁਰੂ ਜੀ ਪਹਿਲਾਂ ਦੱਸ ਦਿੰਦੇ, ਕੋਈ ਹੋਰ 2-4 ਸਬਜ਼ੀਆਂ ਬਣਾ ਲੈਂਦੇ, ਕੋਈ ਸੈਲਡ ਰੱਖ ਲੈਂਦੇ, ਕੋਈ ਸਵੀਟ ਡਿਸ਼ ਬਣਾ ਲੈਂਦੇ। ਪਰ ਉਦਣ ਕੜੀ ਚਾਵਲ ਬਣੇ ਸੀਗੇ, ਉਹਨਾਂ ਨੂੰ ਸਰਵ ਕੀਤਾ। ਇਹ ਹੁਣ ਗੁਰੂ ਜੀ ਜਾਣਦੇ ਹੈ ਕਿ ਕਿਸੇ ਦਾ ਕਲਿਆਣ ਕਿਵੇਂ ਕਰਨਾ ਹੈ, ਕਿਵੇਂ ਕਿਵੇਂ ਉਹਨੂੰ ਬਲੈਸਿੰਗ ਦੇਣੀ ਹੈ। ਇਹ ਗੁਰੂ ਜੀ ਜਾਣਦੇ ਹੋ, ਆਪਣਾ ਦਿਮਾਗ ਤਾਂ ਕੰਮ ਕਰਦਾ ਨਹੀਂਗਾ। ਜਦੋਂ ਗੁਰੂ ਜੀ ਨਾਲ ਫਸਟ ਮੀਟਿੰਗ ਹੋਈ, ਉਸ ਤੋਂ ਬਾਅਦ ਪਿਤਾ ਜੀ ਜਦੋਂ ਘਰ ਆਏ ਨਾ, ਇਹਨਾਂ ਨੂੰ ਲੱਗਿਆ ਕਿ ਇਹ ਤਾਂ ਡਿਫਰੈਂਟ ਸੋਲ ਹੈ, ਇਹ ਕੋਈ ਗੁਰੂ ਜੀ ਆਰਡੀਨਰੀ ਪਰਸਨ ਨਹੀਂ ਹੈ, ਇਹ ਕੋਈ ਮਹਾਂਪੁਰਸ਼ ਹੈ। ਇਹਨਾਂ ਨੂੰ ਫੀਲ ਹੋਇਆ, ਘਰ ਆ ਕੇ ਗੱਲਾਂ ਕਰਦੇ ਸੀਗੇ ਤੇ ਗੁਰੂ ਜੀ ਦੇ ਅੱਗੇ ਗੁਰੂ ਜੀ ਨਾਲ ਇੱਕ ਆਟੋਬਾਇਓਗ੍ਰਾਫੀ ਆਫ ਯੋਗਾਨੰਦਾ ਪਿਤਾ ਜੀ ਪੜ੍ਹਦੇ ਰਹੇ ਬਹੁਤ 1970 ਤੋਂ ਹੀ। ਤੇ ਗੁਰੂ ਜੀ ਨਾਲ ਕਦੇ ਕਦੇ ਸ਼ੇਅਰ ਕਰਨਾ ਇਹਨਾਂ ਨੇ ਕਿ ਗੁਰੂ ਜੀ ਮੇਰੇ ਕੋਲ ਇੱਕ ਆਟੋਬਾਇਓਗ੍ਰਾਫੀ ਆਫ ਯੋਗੀ ਹੈ, ਉਹਦੇ ਵਿੱਚ ਲਹਿਰੀ ਮਾਸ਼ਾ ਜੀ ਦੀ ਸਟੋਰੀ ਹੈ। ਇੱਕ ਵੇਟਲੈਸ ਸੇਂਟ ਹੈ ਜੋ ਜਦੋਂ ਸਮਾਧੀ ਲਗਾਉਂਦੇ ਆ ਉਹ ਫਰਸ਼ ਤੇ ਨਹੀਂ ਹੁੰਦੇ, ਥੋੜਾ ਜਿਹਾ ਹਾਫ ਫੁੱਟ ਕੇ 1 ਫੁੱਟ ਉੱਪਰ ਹੁੰਦੇ ਆ। ਇਹੋ ਜਿਹੀ ਸਟੋਰੀ ਦੱਸਣੀ। ਗੁਰੂ ਜੀ ਇੱਕ ਉਹਦੇ 'ਚ ਹੋਰ ਸਟੋਰੀ ਹੈ, ਉਹਦੇ 'ਚ ਇੱਕ ਹੋਰ ਸੇਂਟ ਹੈ ਜਿਨ੍ਹਾਂ ਦੇ ਹੱਥਾਂ 'ਚੋਂ ਫ੍ਰੈਗਨੈਂਸ ਆਉਂਦੀ ਹੈ, ਕਦੇ ਉਹ ਜੈਸਮਾਈਨ ਦੀ, ਕਦੇ ਰੋਜ਼ ਦੀ। ਤੇ ਗੁਰੂ ਜੀ ਨੇ ਇਕੱਲੇ, ਕਿਸੇ ਸਤਸੰਗ ਕਿਸੇ ਹੋਰ ਅੱਗੇ ਨਹੀਂ, ਇਕੱਲੇ ਕਮਰੇ 'ਚ ਬੈਠ ਕੇ ਗੁਰੂ ਜੀ ਨੇ ਸੁਣਨਾ। ਫਿਰ ਕਦੇ ਗੁਰੂ ਜੀ ਆ ਜਾਂਦੇ ਘਰ, ਮਾਇਆ ਆਂਟੀ ਨੂੰ ਕਹਿਣਾ, ਮਾਇਆ ਆਂਟੀ ਉਹ ਡੈਡੀ ਜੀ ਵਾਲਾ ਨਾ ਸ਼ੇਰ ਵਾਲਾ ਕੰਬਲ ਕੱਢੋ। ਉਹ ਸ਼ੇਰ ਵਾਲਾ ਕੰਬਲ ਐਂ ਕਹਿੰਦੇ ਸੀਗੇ ਕਿਉਂਕਿ ਉਹਦਾ ਜੋ ਪ੍ਰਿੰਟਿੰਗ ਸੀਗੀ ਉਹ ਸ਼ੇਰ ਦੀ ਸਕਿਨ ਵਰਗੀ ਸੀਗੀ। ਉਹਦੇ 'ਚ ਆ ਕੇ ਸੋ ਜਾਣਾ, ਖਾਣਾ ਖਾ ਲੈਣਾ। ਇੱਕ ਦਿਨ ਲੇਟ ਹੋ ਗਏ, ਕਾਫੀ ਲੇਟ ਹੋ ਗਏ, ਮੈਨੂੰ ਵੀ ਨਹੀਂ ਕਿਹਾ ਕਿ ਛੱਡਿਆ। ਉਹਨਾਂ ਨੇ ਸੇਵਾਦਾਰ ਜਿਹੜਾ ਪਿਤਾ ਜੀ ਦਾ ਸੀਗਾ ਉਹਨੂੰ ਕਿਹਾ ਕਿ ਚੱਲ ਐ ਕਰ, ਤੂੰ ਸਾਈਕਲ ਕੱਢ। ਜੈ ਗੁਰੂ ਜੀ। ਬੜੀਆਂ ਬੜੀਆਂ ਗੁਰੂ ਜੀ ਨੇ ਮੈਸੇजेस ਦਿੱਤੇ ਹੈ ਆਪਣੇ ਐਕਸ਼ਨਸ ਤੋਂ। ਤੇ ਅਸੀਂ ਪੁੱਛਿਆ ਗੁਰੂ ਜੀ ਤੁਸੀਂ ਸਾਈਕਲ ਤੇ ਜਾਓਗੇ? ਗੁਰੂ ਜੀ ਨੇ ਕਿਹਾ ਹਾਂ। ਤੇ ਗੁਰੂ ਜੀ ਉਹਦੇ ਸਾਈਕਲ ਤੇ ਬੈਠ ਕੇ ਮੰਦਿਰ 'ਚ ਗਏ ਹੈ। ਇਹ ਹੈ ਮੇਰੇ ਗੁਰੂ ਜੀ ਦੀ ਮਹਿਮਾ। ਬੜਾ ਕੁਝ ਸਿਖਾਇਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਵੇਂ ਰਹਿਣਾ। ਇੱਕ ਵਾਰੀ ਹੋਰ ਆਏ, ਕਿਸੇ ਸੰਗਤ ਨਾਲ ਆਏ, ਉਹ ਤਾਂ ਚਲੀ ਗਈ। ਰਾਤ ਇਸ ਤਰ੍ਹਾਂ ਹੀ ਲੇਟ ਹੋ ਗਏ। ਹੁਣ ਇਸ ਵਾਰ ਉਹਨਾਂ ਨੇ ਉਹ ਸੇਵਾਦਾਰ ਨੂੰ ਕਿਹਾ, ਪਿਤਾ ਜੀ ਨੂੰ ਕਹਿੰਦੇ ਐਂ ਕਰੋ ਰਕਸ਼ਾ ਮੰਗਾਓ।
रक्षा आ गया। गुरु जी जान लगे। पिता जी कहते मैं तुहानू ना कल्ले नहीं जान देना, मैं भी तुहाडे नाल ही चलदा, मैं तुहानू छड्ड के आना। ते गुरु जी दे नाल बैठ के रक्षे ते गुरु जी नू छड्ड के आए। बड़ी किरपा, जिन प्रेम कियो तिन ही गुरु पायो। जय गुरु जी, शुकराना गुरु जी। एक होर बड़ा प्यारा सत्संग है। गुरु जी जदों घर आए, जलंधर की गल है, सारे सत्संग जलंधर दे है। जान लगे ना कॉरीडोर दे विच गुरु जी चल रहे तेज तेज, ते पिता जी दे हत्थ दे विच ना डिवाइन प्रसाद रखा छुहारियां दा। बड़ी खुशबू आंदी सी उहदे च। जदों गुरु जी ने पिता जी नू वो दिता प्रसाद, ते पिता जी दे मन च आया कि मेरा सेवादार तां बाजार गया होया, वो तां रह गया। इन्ना सोचना ही सीगा। गुरु जी दा औरा बड़ा स्ट्रॉन्ग सी, गुरु जानी जान सीगा। तुसीं कुछ सोचो, उस वेले गुरु जी नू पता लग जांदा सीगा। अजे इन्ना सोचा ही सीगा, सैकेंड तो भी घट कहंदे आ लै 3 होर पढ़। असीं 8 जणे सीगे फैमिली च, 5 पहलां दिते, 3 बाद चों दिते। जय गुरु जी, शुकराना गुरु जी। एक होर सत्संग है, सन 1993 की गल है, लुधियाने की। वो पिता जी लुधियाने आ गए। गुरु जी ने एक सफारी सूट सवाया, डैडी ने, सॉरी डैडी जी ने सफारी सूट सवाया। वो पाके गुरु जी कोल चले गए। जदों गुरु जी कोल पहुंचते हैं, मत्था टेकते हैं, गुरु जी नू उस सूट दे विचों पता नहीं की वाइब्रेशंस की गुरु जी जान सकते हैं कि फ्लैश आई उन्हां कोल। कहंदे ये की पाया, इस ग्रह नू ला, सिट इहनू। मन च सोचा पहली बारी पाया, नवा ही है। पर गुरु जी जानी जान, गुरु जी नू पता सीगा आने वाली दिनां दा की होने वाला। चलो पिता जी घर आ गए, रखता। थोड़े दिनों तक पिता जी बीमार हो जाते हैं, उन्हां दे शोल्डर फ्रोजन हो जाते हैं। हुण मैं जलंधर भी जाना, तो मैं गुरु जी पिता जी नू डॉक्टर कोल लै गया लुधियाने। डॉक्टर्स ने बहुत सारिया दवाइयां देतियां और मैनू कहा कि इन्हां दी एक्सरसाइज करनी है। मैं पूछा डॉक्टर साहब नू, मैं कहा डॉक्टर साहब कितना टाइम लगूगा? कहते 6 महीने लगणगे। मैं कहा अच्छा 6 महीने ठीक हो जाएंगे? कहते देखो जे 6 महीनों च ठीक नहीं होए तो फिर इन्हां दे शोल्डर दे विच इंजैक्शन लाने पैणे आ। हुण उस वक्त पता ही नहीं सीगा कि यह बीमारी की है। घर आ गए, एक्सरसाइज स्टार्ट करती, दवाई भी शुरू करती। फिर गुरु जी कोल गए। गुरु जी कोल गुरु जी कोल जदों गुरु जी कोल गए तो जिहड़े मेरे फादर दी एक जिहड़ी एक एनर्जी सीगी वो उदों मिसिंग सी कि जदों गुरु जी ने भी हस के बोलना, पिता जी ने भी कोई मजाक करना या कोई एक वो है नहीं सी, उदास जे सीगे। मत्था टेकना, साइड ते बह जाना। गुरु जी ने पूछा नहीं गा कि की गल हो गई ना। पिता जी ने दसिया कि मैनू यही प्रॉब्लम है। उस तो बाद इन्होंने छुट्टी ले ली 1-1.5 महीने की, क्योंकि शर्ट के बटन नहीं लगते सीगे, होर कई प्रॉब्लम। एक दिन अचानक गुरु जी आ गए। मम्मी ने पूछते माया आंटी अंकल जी कित्थे है? मम्मी ने कहा वो अपने रूम च लेटे हुए है। कमरे च चले गए, कमरा बंद कर लिया। संगत जी गुरु जी 15-20 मिनट अंदर रहे तो फिर चले गए। उस तो बाद पिता जी
ठीक होने शुरू हो गए। इमीडिएटली तो पिता जी ने कुछ दसिया नहीं गा कि की गल हुई है। 8-10 दिनों बाद वो गल शेयर करते हैं कि गुरु जी जो अंदर आए तो मैनू कह लगे मैं तेनों ठीक करना आया। गुरु जी की महिमा अपरंपार। पेन सानू हुंदा सीगा लेकिन महसूस गुरु जी करते सीगे। शूज ला के गुरु जी बैड ते लेट गए। पिता जी नू कहा मेरे वाल फेस कर लै, मेरे वाल मूँह कर लै, और 5 मिनट फेस टू फेस उन्होंने हग करके लेटे रहे। जय गुरु जी, शुकराना गुरु जी। फिर 10 मिनट तक 15 मिनट तक कोई उन्होंने आप दी गल्लां कीतियां लेटे लेटे ही उसे बैठ ते, फिर चले गए। उस तो बाद फिर 15-20 दिनों बाद फिर गुरु जी दोबारा आते। फिर सेम जिवें पहला गुरु जी ने आशीर्वाद दिता सीगा, ब्लैसिंग दित्तियां सीगियां, कहंदे हुण तैनूं मैं पक्का ही ठीक करना आ। संगत जी 1993 का दिन जांदा है ते 2021 हो गया। पिता जी नूं उस तो बाद कोई प्रॉब्लम नहीं हुई और रब की बख्शिश है, गुरु जी की बख्शिश है। वो पिता जी की सेहत 19-20 का ही फर्क पिया होना, वो हुण भी उवें दे उवें ही है कि जिवें 1993 च सीगे। जिसके सिर ऊपर तू स्वामी सो दुख कैसा पावे, अंतरयामी नूं दसां की हाल दिल दा, मेरे तो वध उसनूं है पता मेरी मुश्किलां दा। संगत जी ये हुण सिलसिला इदां चलदा रहा। जलंधर गुरु जी ने किशोरी अंकल गुरु जी की सेव करते सीगे। किशोरी अंकल नूं कहा एक ना अंकल जी वास्ते भी नवां सैट लैके आ, तो एक शेव इन्हां दी कराया कर। किशोरी अंकल सैट ले आए। पहला उन्होंने गुरु जी की शेव करनी, फिर पिता जी की शेव करनी। कुछ क दिन होया फिर मैं किशोरी अंकल नूं पुछया, मैं कोई मैं गलत ना बोल जा। मैं किशोरी अंकल नूं फोन किया, मैं किशोरी अंकल तुसीं गुरु जी की शेव करते सीगे ते फिर बाद चों तुसीं डैडी की शेव करते सी, इस तो इलावा तुसीं किसी दी कीती है? कहंदे नहीं मैं इस तो इलावा किसी दी नहीं कीती। बड़ी मेहर है गुरु जी की, बड़ियां ब्लैसिंग्स है। एक होर गुरु जी च जो सीखण वाली गल है, गुरु जी तो सीगे ही, उन्होंने गुरु जी का भी फर्ज अपना निभाया। गुरु जी ने एज ए बेटे का फर्ज भी निभाया, गुरु जी ने अपने भरा का फर्ज भी निभाया। कृष्णा भैन जी का जो विआह होया वो घर आए, उस तो बाद कृष्णा भैन जी के बेटा होया अंकुर, गुरु जी मामा बन गए। गुरु जी ने पिता जी ने कहा कि आप जरा जो भी शगन देना होंगे 40 दिन बाद 50 दिन बाद कि आप कृष्णा के घर जाके आना है। तो फिर गुरु जी ते डैडी कोई समान सीगा वो कृष्णा के घर गए, दे के आए। ये भी एक सीखण वाली गल है कि भैन भरा नाल प्यार करो, मां बाप की सेवा करो। जो गुरु जी ने सत्संग तो नहीं करते सीगे लेकिन गुरु जी के एक्शन से सानू बहुत कुछ सिखाता। गुरु जी सन 1996 के 97 के विच
ਚੰਡੀਗੜ੍ਹ ਆ ਗਏ, ਪਿਤਾ ਜੀ ਵੀ ਚੰਡੀਗੜ੍ਹ ਆ ਗਏ। ਇੱਥੇ ਰਸ਼ ਬਹੁਤ ਰਹਿੰਦਾ ਸੀ, ਸੰਗਤ ਬਹੁਤ ਵੱਧ ਗਈ। ਗੁਰੂ ਜੀ ਨੂੰ ਕਿਹਾ, ਗੁਰੂ ਜੀ, ਪਿਤਾ ਜੀ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ ਮੈਂ ਕੋਈ ਗੱਲ ਕਰਨੀ ਹੈ, ਮੈਨੂੰ ਕੋਈ ਟਾਈਮ ਦਿਓ। ਕਹਿੰਦੇ ਅੱਛਾ, ਫਿਰ ਐਂ ਕਰੀ, ਤੂੰ ਸਵੇਰੇ ਨਾ 4 ਵਜੇ ਰੋਜ਼ ਗਾਰਡਨ ਆ ਜੀ। ਉਹਨਾਂ ਨੂੰ ਪਤਾ ਸੀ ਅੰਕਲ ਜੀ 4 ਵਜੇ ਉੱਠਣਾ ਔਖਾ ਹੈ, ਪਰ ਜੋ ਟਾਈਮ ਗੁਰੂ ਜੀ ਨੇ ਦਿੱਤਾ ਸੀਗਾ ਪਹੁੰਚਣਾ ਸੀਗਾ, ਕਿਉਂਕਿ ਗੁਰੂ ਜੀ ਪੰਕਚੁਅਲ ਬਹੁਤ ਸੀ। 4 ਵਜੇ ਪਹੁੰਚ ਗਏ, ਹਨੇਰਾ। ਹੁਣ ਏਡੇ ਵੱਡੇ ਰੋਜ਼ ਗਾਰਡਨ ਦੇ ਵਿੱਚ ਹੁਣ ਗੁਰੂ ਜੀ ਨੂੰ ਲੱਭੀ ਕਿਵੇਂ? ਕੋਈ ਕੰਟੈਕਟ ਨੰਬਰ ਨਹੀਂ। ਅਸੀਂ ਉਹ ਵਾਕਿੰਗ ਟਰੈਕ ਤੇ ਪਹੁੰਚ ਗਏ। ਜਦੋਂ ਉੱਥੇ ਪਹੁੰਚੇ ਹਾਂ ਤੇ ਫ੍ਰੈਗਨੈਂਸ ਆਈ। ਪਿਤਾ ਜੀ ਨੇ ਕਿਹਾ ਆਪਾਂ ਹੋਰ ਕਿਤੇ ਨਹੀਂ ਜਾਂਦੇ, ਇੱਥੇ ਹੀ ਖੜ ਜੰਨੇ ਆ, ਜਾਂ ਤਾਂ ਇੱਥੋਂ ਗੁਰੂ ਜੀ ਲੰਘ ਕੇ ਗਏ ਆ ਤੇ ਜਾਂ ਆਉਣ ਵਾਲੇ ਆ। ਸੰਗਤ ਜੀ ਕੁਝ ਸੈਕਿੰਡ ਬਾਅਦ ਉਸ ਹਨੇਰੇ ਵਿੱਚੋਂ ਗੁਰੂ ਜੀ ਦੀ ਰੂਹਾਨੀ ਆਵਾਜ਼ ਸੁਣਾਈ ਦਿੱਤੀ। ਉਹਨਾਂ ਦੇ ਨਾਲ ਇੱਕ ਸੰਗਤ ਸੀ। ਜਦੋਂ ਗੁਰੂ ਜੀ ਆਏ, ਪੈਰੀ ਹੱਥ ਲਾਏ, ਹਾਲ ਚਾਲ ਉਹਨਾਂ ਨੇ ਪੁੱਛਿਆ, ਕੀ ਹਾਲ ਹੈ ਅੰਕਲ ਜੀ? ਠੀਕ ਹੈ। ਸਾਈਡ ਤੇ ਚਲੇ ਗਏ, ਕੀ ਗੱਲ ਕੀਤੀ? ਚਲੋ ਗੱਲ ਹੋ ਗਈ। ਫਿਰ ਕਹਿੰਦੇ ਆਓ ਅੰਕਲ ਜੀ ਸੈਰ ਕਰੀਏ। ਤੇ ਮੇਰੇ ਪਿਤਾ ਜੀ ਨੇ ਹੱਥ ਜੋੜ ਲਏ, ਕਹਿੰਦੇ ਗੁਰੂ ਜੀ ਮੈਂ ਤੁਹਾਡੇ ਨਾਲ ਸੈਰ ਨਹੀਂ ਕਰ ਸਕਦਾ, ਤੁਸੀਂ ਬਹੁਤ ਤੇਜ਼ ਚੱਲਦੇ ਹੋ। ਗੁਰੂ ਜੀ ਹੱਸਣ ਲੱਗੇ, ਅੱਛਾ ਕੋਈ ਗੱਲ ਨਹੀਂ। ਮੈਂ ਗੱਲ ਪੱਲੇ ਬੰਨ ਲਈ। ਮੈਂ ਤਾਂ ਉਦੋਂ ਤੋਂ ਹੀ ਸੈਰ ਸਟਾਰਟ ਕਰਤੀ ਤੇ ਹੁਣ ਤੱਕ ਜਾਰੀ ਹੈ। ਗੁਰੂ ਜੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਅਡਾਪਟ ਕੀਤੀਆਂ। ਕਰ ਭਲਾ ਹੋ ਭਰਾ, ਕਿਸੇ ਨੂੰ ਦਰਦ ਹੋ ਰਿਹਾ ਉਹਨੂੰ ਮਹਿਸੂਸ ਕਰੋ। ਸੰਗਤ ਜੀ ਇੱਕ ਸਤਸੰਗ ਹੈ 1993 ਦਾ, ਪਿਤਾ ਜੀ ਟ੍ਰਾਂਸਫਰ ਗੁਰਦਾਸਪੁਰ ਹੋ ਗਈ। ਸਮਾਨ ਦੇ ਵਿੱਚ ਇਹਨਾਂ ਦੇ ਕੱਪੜੇ ਇੱਧਰ ਉੱਧਰ ਹੋ ਗਏ, ਉਹਦੇ ਵਿੱਚ ਅੰਡਰ ਗਾਰਮੈਂਟਸ ਗਵਾਚ ਗਏ। ਇਹਨਾਂ ਨੇ ਸੇਵਾਦਾਰ ਨੂੰ ਭੇਜਿਆ ਕਿ ਜਾ ਬਾਜ਼ਾਰੋਂ ਲਿਆ, ਚੰਡੀਗੜ੍ਹ ਜਾਣਾ। ਉਹ ਲਿਆ, ਬਰੀਫਕੇਸ ਤਿਆਰ ਹੋ ਗਿਆ। ਸੋਚਿਆ ਸੀਗਾ ਕਿ ਗੁਰੂ ਜੀ ਨੂੰ ਮਿਲ ਕੇ ਫਿਰ ਚੰਡੀਗੜ੍ਹ ਜਾਣਾ, ਰਸਤਾ ਵੀ ਸ਼ਾਇਦ ਉਹੀ ਹੈ। ਗੁਰੂ ਜੀ ਦੇ ਮੰਦਿਰ ਪਹੁੰਚ ਗਏ, ਸ਼ੂਜ਼ ਲਾ ਕੇ ਅੰਦਰ ਗਏ ਆ, ਮੱਥਾ ਟੇਕਣ ਹੀ ਲੱਗੇ ਸੀਗੇ। ਗੁਰੂ ਜੀ ਕਹਿੰਦੇ ਹਾਂ ਫਿਰ ਕੱਚੇ ਕੋਈ ਬੈਠਾ ਹੈ? ਜੈ ਗੁਰੂ ਜੀ। ਮੇਰੇ ਪਿਤਾ ਜੀ ਨੇ ਗੁਰੂ ਜੀ ਨੂੰ ਸਵਾਲ ਪੁੱਛਿਆ ਕਿ ਗੁਰੂ ਜੀ ਇਹ ਤਾਂ ਗੱਲ ਠੀਕ ਹੈ ਕਿ ਗਵਾਚੇ ਵੀ ਹੈ, ਇਹ ਵੀ ਗੱਲ ਠੀਕ ਹੈ ਮੈਂ ਨਵੇਂ ਲਿਆਇਆ, ਪਰ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਦੱਸੋ। ਗੁਰੂ ਜੀ ਨੇ ਕਿਹਾ ਐਵੇਂ ਹੀ ਹੈ। ਫਿਰ 10-15 ਮਿੰਟ ਬੈਠੇ ਉੱਥੇ, ਕਿਉਂਕਿ ਚੰਡੀਗੜ੍ਹ ਜਾਣਾ ਸੀਗਾ। ਗੁਰੂ ਜੀ ਨੂੰ ਦੱਸਤਾ ਸੀਗਾ। ਗੁਰੂ ਜੀ ਕਮਰੇ 'ਚ ਲੈ ਗਏ ਆਪਦੇ, ਤੇ ਅਲਮਾਰੀ ਚੋਂ ਗੁਰੂ ਜੀ ਨੇ ਆਪਣੇ 2 ਪੇਅਰ ਕੱਢ ਕੇ ਦਿੱਤੇ ਅੰਡਰਵੀਅਰ ਦੇ। ਜੈ ਗੁਰੂ ਜੀ। ਉਸ ਤੋਂ ਬਾਅਦ ਸੰਨ 1997 ਦੇ ਵਿੱਚ ਮੇਰੀ ਮੈਰਿਜ ਹੋ ਜਾਂਦੀ ਹੈ ਤੇ 98 ਦੇ ਵਿੱਚ ਮੰਮੀ ਕਹਿੰਦੇ ਚਲੋ ਗੁਰੂ ਜੀ ਨੂੰ ਮੱਥਾ ਟੇਕ ਆਈਏ। ਅਸੀਂ ਦਿੱਲੀ ਚਲੇ ਗਏ, ਅੰਪਾਇਰ ਸਟੇਟ, ਮੱਥਾ ਟੇਕਿਆ। ਹਾਂ ਮਾਇਆ ਆਂਟੀ ਪੁੱਤਰਾ ਲੈਣ ਆਈ ਹੈ? ਮੰਮੀ ਨੇ ਕਿਹਾ ਹਾਂਜੀ। ਕਹਿੰਦੇ ਨੋਟ ਤੜਾਇਆ ਤੇ ਗਿਆ, ਮੁੰਡਾ ਵਿਆਹ ਤੇ ਗਿਆ। ਹੱਸ ਪਏ ਸਾਰੇ ਜਣੇ। ਗੁਰੂ ਜੀ ਹਸਾਉਂਦੇ ਬਹੁਤ ਸੀਗੇ, ਬੜਾ ਮਜ਼ਾਕ ਕਰਦੇ ਸੀਗੇ। ਕਹਿੰਦੇ ਇਹ ਸ਼ੰਕਰ ਹੈ, ਇਹ ਗੌਰੀ ਹੈ, ਗਣੇਸ਼ ਲੈਣ ਆਏ ਹੋ? ਉਸ ਵਕਤ ਗੁਰੂ ਜੀ ਨੂੰ ਖੈਰ ਕੁਛ ਪ੍ਰੋਬਲਮ ਪਤਾ ਨਹੀਂ ਸੀਗਾ ਕਿ ਕੀ ਆਂਟੀ ਦੇ ਕੀ ਪ੍ਰੋਬਲਮ ਹੈ। ਮੰਮੀ ਨੂੰ ਵੀ ਘੱਟ ਹੀ ਪਤਾ ਸੀਗਾ। ਲੇਕਿਨ 1 ਸਾਲ ਬਾਅਦ ਬੇਟਾ ਹੋਇਆ, ਗੁਰੂ ਜੀ ਦੀ ਕਿਰਪਾ, ਸਭ ਠੀਕ ਚੱਲ ਰਿਹਾ ਹੈ।
एक सत्संग होर छोटा जिहा शेयर करूंगा। अंकल जी टाइम हैगा? जी अंकल, हमारे पास टाइम ओके काफी है। ओके जी। ओके। ਜਲੰਧਰ ਮੰਦਿਰ ਦੇ ਵਿੱਚ ਗੁਰੂ ਜੀ ਦੇ ਕੋਲ ਗਏ ਤੇ ਜਦੋਂ ਐਂਟਰ ਕੀਤਾ, ਪਿਤਾ ਜੀ ਦਾ ਨਾ ਧਿਆਨ ਗੁਰੂ ਜੀ ਦੇ ਜੋ ਬੈਠਦੇ ਸੀ ਉਹਨਾਂ ਦੀ ਸਾਈਡ ਤੇ ਪੌਟਸ ਪਏ ਸੀਗੇ, ਐਵੇਂ ਧਿਆਨ ਚਲਾ ਗਿਆ। ਮਨ ਚ ਸੋਚਿਆ ਸੋਹਣੇ ਆ, ਬਸ ਇੰਨਾ ਧਿਆਨ ਗਿਆ। ਬੈਠੇ ਰਹੇ, ਲੰਗਰ ਪ੍ਰਸ਼ਾਦ ਕੀਤਾ, ਚਲੇ ਗਏ। ਬਾਹਰ ਹਜੇ ਜਾ ਹੀ ਰਹੇ ਸੀਗੇ, ਪਿੱਛੋਂ ਸੁਦਾਮਾ ਭੱਜਿਆ ਆਇਆ। ਕਹਿੰਦੇ ਅੰਕਲ ਜੀ ਤੁਹਾਨੂੰ ਗੁਰੂ ਜੀ ਨੇ ਬੁਲਾਇਆ। ਅੱਛਾ, ਹੁਣੀ ਤਾਂ ਮਿਲ ਕੇ ਆਏ ਸੀਗੇ, ਕੀ ਗੱਲ ਹੋ ਗਈ? ਅੰਦਰ ਗਏ ਆ, ਕਹਿੰਦੇ ਐਂ ਕਰੋ ਅੰਕਲ ਜੀ ਆਹ ਪੋਟ ਲੈ ਜਾਓ। ਜੈ ਗੁਰੂ ਜੀ। ਗੁਰੂ ਜੀ ਤਾਂ ਅੰਤਰਯਾਮੀ, ਮਨ ਦੀ ਜਾਣ ਲੈਂਦੇ ਹੈ। ਮੈਂ ਸੰਗਤ ਜੀ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਗੁਰੂ ਜੀ ਦੇ ਪਿਆਰ ਦੇ ਵਿੱਚ ਦੀਵਾਨੇ ਹੋ ਜਾਂਦੇ ਹਾਂ ਤੇ ਸਾਨੂੰ ਹਰ ਜਰੇ ਦੇ ਵਿੱਚ, ਹਰ ਸ਼ੈ ਦੇ ਵਿੱਚ ਗੁਰੂ ਜੀ ਨਜ਼ਰ ਆਉਂਦੇ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਇਕੱਲੇ ਵੀ ਬੈਠੇ ਹੋਈਏ ਨਾ, ਤਾਂ ਵੀ ਅਸੀਂ ਉਹਨਾਂ ਨਾਲ ਹੀ ਗੱਲਾਂ ਕਰਦੇ ਰਹਿੰਦੇ ਹਾਂ ਔਰ ਟਾਈਮ ਦਾ ਪਤਾ ਹੀ ਨਹੀਂ ਲੱਗਦਾ। ਔਰ ਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਹੈ, ਇੰਨੀ ਕਿਰਪਾ ਕੀਤੀ ਹੈ ਕਿ ਦਿਨ ਕਦੋਂ ਲੰਘ ਗਿਆ, ਰਾਤ ਕਦੋਂ ਆ ਗਈ, ਤੇ ਰਾਤ ਕਦੋਂ ਲੰਘ ਗਈ ਤੇ ਦਿਨ ਕਦੋਂ ਆ ਗਿਆ। ਦੋ ਲਾਈਨਾਂ ਮੈਂ ਹਿੰਦੀ ਦੀਆਂ ਇੱਕ ਕੋਈ ਪੜ੍ਹਨ ਲੱਗਿਆ गुरु जी वास्ते। तू इस तरह से मेरी जिंदगी में शामिल है। गुरु जी, तू इस तरह से मेरी जिंदगी में शामिल है, जहां भी जाऊं तो ये लगता है तेरी महफिल है। जय गुरु जी। गुरु जी की महिमा का किदां बख्यान करिए, लफ्ज ही नहीं है। गुरु जी का इन्ना स्ट्रोंग ਔਰਾ ਸੀਗਾ, ਉਹ ਇੱਕ ਮੈਗਨੇਟ ਜਿਸ ਤਰ੍ਹਾਂ ਹੁੰਦਾ ਨਾ, ਕੋਲੇ ਬੈਠ ਜਾਂਦੇ ਤੇ ਤੁਹਾਡਾ ਹਿੱਲਣ ਨੂੰ ਦਿਲ ਨਹੀਂ ਕਰਦਾ ਸੀਗਾ। ਕਿਉਂਕਿ ਸੰਗਤ ਜੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਅਸੀਂ ਜਾਂਦੇ ਸੀਗੇ ਬਾਹਰੋਂ ਬੜੀਆਂ ਪ੍ਰੋਬਲਮਸ ਮਾਈਂਡ ਤੇ, ਬੜੀਆਂ ਟੈਨਸ਼ਨਸ, ਵਰੀਜ਼, ਔਰ ਜਦੋਂ ਹੀ ਅੰਦਰ ਜਾਂਦੇ ਸੀਗੇ ਉਹ ਸਾਰੀਆਂ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਸੀਗੀਆਂ। ਗੁਰੂ ਜੀ ਆਪਣੀ ਸੰਗਤ ਦਾ ਬਹੁਤ ਖਿਆਲ ਰੱਖਦੇ ਸੀਗੇ, ਬਹੁਤ ਪੇਨ ਲੈਂਦੇ ਸੀਗੇ। ਮੈਨੂੰ ਤਾਂ ਜੋ ਮੈਨੂੰ ਸਮਝ ਲੱਗਦੀ ਹੈ ਕਿ ਜਿਹੜੀ ਵੀ ਸੰਗਤ ਜਾਂਦੀ ਸੀਗੀ, ਗੁਰੂ ਜੀ ਕਹਿੰਦੇ ਸੀਗੇ ਤੂੰ ਲੈ, ਤੂੰ ਆਪਣੀਆਂ ਸਾਰੀਆਂ ਜਿਹੜੀਆਂ ਟੈਨਸ਼ਨਾਂ ਹੈ ਨਾ, ਪ੍ਰੋਬਲਮਸ ਹੈ, ਲੈ ਮੇਰੀ ਝੋਲੀ ਚ ਪਾ ਦੇ ਤੇ ਤੂੰ ਕਰ ਐਸ਼, ਨੱਚ ਟੱਪ ਗਾ। ਉਹਨਾਂ ਦਾ ਨੂਰ ਇੰਨਾ ਜ਼ਿਆਦਾ ਸੀਗਾ, ਇੰਨਾ ਮਨ ਭਾਵਨਾ ਸੀਗਾ ਕਿ ਉਹਨਾਂ ਦੇ ਚਿਹਰੇ ਤੋਂ ਅੱਖਾਂ ਹੀ ਨਹੀਂ ਹਟਦੀਆਂ ਸੀਗੀਆਂ। ਉਹ ਜਿਹੜੀ ਡਿਵਾਈਨ ਰੇਜ਼ ਜਿਹੜੀਆਂ ਉਹਨਾਂ ਤੋਂ ਨਿਕਲਦੀਆਂ ਸੀਗੀਆਂ, ਉਹ ਸਾਨੂੰ ਤਾਂ ਠੰਡਕ ਪਹੁੰਚਾਉਂਦੀਆਂ ਹੀ ਸੀਗੀਆਂ, ਉਹ ਆਤਮਾ ਤੱਕ ਲੈ ਜਾਂਦੀਆਂ ਸੀਗੀਆਂ। ਗੁਰੂ ਜੀ ਦੀ ਮਹਿਮਾ ਅਪਰੰਪਾਰ ਹੈ। ਗੁਰੂ ਜੀ ਬਹੁਤ ਹੀ ਸਿੰਪਲਿਸਿਟੀ 'ਚ ਵਿਸ਼ਵਾਸ ਕਰਦੇ ਸੀਗੇ, ਬੜੀ ਡਿਸਿਪਲਿਨ ਲਾਈਫ ਸੀਗੀ। ਜਦੋਂ ਮੈਂ ਰਾਤ ਨੂੰ ਉਹਨਾਂ ਕੋਲ ਰਿਹਾ ਸੀ ਤੇ ਸਵੇਰੇ ਜਦੋਂ ਚਾਹ ਬਣਾਉਣ ਲੱਗਿਆ, ਸਾਰੀ ਕਿਚਨ ਸਾਫ਼, ਰਾਤ ਨੂੰ ਕੋਈ ਭਾਂਡਾ ਜੂਠਾ ਨਹੀਂ ਛੱਡਦੇ ਸੀਗੇ, ਪੰਕਚੁਅਲ ਬਹੁਤ ਸੀਗੇ। ਗੁਰੂ ਜੀ ਪ੍ਰੈਕਟੀਕਲ ਬਹੁਤ ਸੀਗੇ, ਉਹ ਵਹਿਮਾਂ ਤੋਂ ਬਹੁਤ ਦੂਰ ਸੀਗੇ। ਇੱਕ ਵਾਰੀ ਕਿਸੇ ਆਂਟੀ ਦਾ ਫੋਨ ਆਉਂਦਾ ਗੁਰੂ ਜੀ ਨੂੰ ਕਿ ਗੁਰੂ ਜੀ ਮੈਂ ਪਾਠ ਕਰਨਾ, ਮੈਨੂੰ ਪੀਰੀਅਡ ਆਏ ਹੋਏ ਆ। ਤੇ ਗੁਰੂ ਜੀ ਕਹਿੰਦੇ ਫਿਰ ਕੀ ਹੈ, ਤੂੰ ਪਾਠ ਕਰ। ਇਹਨਾਂ ਵਹਿਮਾਂ ਚ ਨਹੀਂ ਫਸੀਦਾ ਹੁੰਦਾ। ਉਹ ਕਹਿੰਦੀ ਠੀਕ ਹੈ ਜੀ। ਬੜੇ ਇੱਕ ਪ੍ਰੈਕਟੀਕਲ ਗੁਰੂ ਸੀਗੇ। ਕਦੇ ਕਦੇ ਜਦੋਂ ਉਹ ਸ਼ੂਜ਼
ਪੈਂਟ ਸ਼ਰਟ ਪਾ ਕੇ ਆਉਂਦੇ ਸੀ, ਕਹਿੰਦੇ ਦੇਖਿਆ ਮਾਡਰਨ ਗੁਰੂ ਰਿਚੁਅਲ 'ਚ ਵਿਸ਼ਵਾਸ ਨਹੀਂ ਕਰਦੇ ਸੀਗੇ। ਮੈਂ ਆਪਣਾ ਸਤਸੰਗ 2 ਲਾਈਨਾਂ 'ਚ ਖਤਮ ਕਰੂੰਗਾ। ਅੱਛਾ, ਇੱਕ ਹੋਰ ਗੁਰੂ ਜੀ ਦੀ ਹੌਸਪਿਟੈਲਿਟੀ ਦੇ ਬਹੁਤ, ਕੀ ਉਹਨਾਂ ਦਾ ਵਿਖਿਆਨ ਕਰੀਏ। ਗੁਰੂ ਜੀ ਦੇ ਜਦੋਂ ਬ੍ਰਦਰ ਐਕਸਪਾਇਰ ਹੋਏ, ਉਦੋਂ ਅਸੀਂ ਡੁਗਰੀ ਮੰਦਿਰ ਗਏ। ਮੈਂ, ਪਿਤਾ ਜੀ, 2-4 ਹੋਰ ਸੰਗਤਾਂ ਸੀਗੀਆਂ। ਅਸੀਂ 3-4 ਦਿਨ ਰਹੇ ਉੱਥੇ। ਸੰਗਤ ਜੀ, ਗੁਰੂ ਜੀ ਆਪ ਖਾਣਾ ਬਾਅਦ ਚੋਂ ਖਾਂਦੇ ਸੀਗੇ, ਪਹਿਲਾਂ ਕਹਿੰਦੇ ਜਿਹੜੇ ਬੈਠੇ ਆ ਨਾ ਬਾਹਰ, ਉਹਨਾਂ ਨੂੰ ਦੇ ਕੇ ਆਓ। ਇੰਨਾ ਖਿਆਲ ਰੱਖਦੇ ਸੀਗੇ। ਉਹ 4-5 ਦਿਨ ਰਹੇ ਆ ਬਾਹਰ, ਉੱਥੇ ਮੰਜੇ ਤੇ ਬਹਿਣਾ, ਗਰਮੀਆਂ ਦਾ ਦਿਨ ਸੀਗਾ, ਬਾਹਰ ਟਿਊਬਵੈਲ ਤੇ ਹੀ ਨਹਾ ਲੈਣਾ। ਉਹ ਇੰਨਾ ਖਿਆਲ ਰੱਖਣਾ, ਇੰਨਾ ਖਿਆਲ ਰੱਖਣਾ। ਸੰਗਤ ਨੂੰ ਬਹੁਤ ਹੀ ਪ੍ਰਾਇਓਰਟੀ ਦਿੰਦੇ ਸੀਗੇ। ਸੰਗਤ ਜੀ, ਅੱਜ ਦਾ ਟਾਈਮ ਬਹੁਤ ਮਾੜਾ ਚੱਲ ਰਿਹਾ ਹੈ, ਔਰ ਇਸ ਬੁਰੇ ਵਕਤ ਦੇ ਵਿੱਚ ਬਹੁਤ ਹੀ ਆਪਣੇ ਬੜੇ ਹੀ ਨੇੜੇ ਕਿਸੇ ਦੇ ਮਾਂ ਪਿਓ ਭੈਣ ਭਰਾ ਵਿਛੋੜਾ ਦੇ ਗਏ। ਗੁਰੂ ਜੀ ਉਹਨਾਂ ਦੇ ਸਾਰੇ ਆਤਮਾ ਨੂੰ ਸ਼ਾਂਤੀ ਦਿਓ। ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਹਿੰਮਤ ਬਖਸ਼ਿਓ, ਬਲ ਬਖਸ਼ਿਓ। ਜਿਹੜੇ ਸੰਗਤਾਂ ਦੇ ਵਿੱਚ ਕੋਈ ਬੰਦਾ ਹੌਸਪੀਟਲ 'ਚ ਹੈ, ਉਹਨਾਂ ਨੂੰ ਛੇਤੀ ਤੋਂ ਛੇਤੀ ਠੀਕ ਕਰਕੇ ਘਰ ਲਿਆਓ। ਬਲੈਸਿੰਗਸ ਤੁਹਾਡੀਆਂ ਹਮੇਸ਼ਾ ਸਾਡੇ ਨਾਲ ਹੈ। ਲੱਖ ਲੱਖ ਸ਼ੁਕਰਾਨਾ ਗੁਰੂ ਜੀ। ਬਸ ਮੈਂ ਲਾਸਟ ਦੇ ਵਿੱਚ ਤਾਂ ਇਹੀ ਕਹੂੰਗਾ ਕਿ ਪ੍ਰਭ ਡੋਰੀ ਹੱਥ ਤੁਮਾਰੇ। ਲੱਖ ਲੱਖ ਸ਼ੁਕਰਾਨਾ। ਜੈ ਗੁਰੂ ਜੀ, ਜੈ ਗੁਰੂ ਜੀ।